ਬਿਲਾਵਲ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸ੍ਰੀ ਸੁਖਮਨਾ ਸਾਹਿਬ ਨਾਮੇ ਬਾਣੀ ਉਚਾਰਨ ਕਰ ਰਹੇ ਹਨ, ਜਿਸ ਦੀ ਇੱਕ ਅਸ਼ਟਪਦੀ ਕੱਲ੍ਹ ਆਪ ਨੇ ਸਰਵਣ ਕੀਤੀ ਸੀ। ਅੱਜ ਦੂਜੀ ਅਸ਼ਟਪਦੀ ਪ੍ਰਾਰੰਭ ਹੋ ਰਹੀ ਹੈ। ਹਰ ਹਰ ਨਾਮ ਸੀਤਨ ਜਲ ਥਿਆ ਬਹੋ। ਸ੍ਰੀ ਗੁਰੂ ਰਾਮਦਾਸ ਸਾਹਿਬ ਚੌਥੇ ਪਾਤਸ਼ਾਹ ਬਿਲਾਵਲ ਰਾਗ ਵਿੱਚ ਸ਼ੋਭਾਮਨ ਫਰਮਾਨ ਕਰਦੇ ਨੇ ਕਿ ਇਹ ਭਾਈ ਪਾਣੀ ਦੀ ਨਿਆਈ, ਠੰਡ ਪਾਉਣ ਵਾਲੇ ਜਾਂ ਤ੍ਰਿਸ਼ਨਾ ਈਰਖਾ ਦੀ ਜਲਨ ਦਾ ਮੇਟ ਕੇ ਸੀਤਲਤਾ ਦੇਣ ਵਾਲੇ, ਹਰੇ ਭਰੇ ਕਰਨ ਵਾਲੇ ਹਰੀ ਪ੍ਰਭੂ ਦੇ ਨਾਮ ਨੂੰ ਧਿਆਉਣਾ ਕਰੋ। ਹਰ ਚੰਦਨ ਵਾਸ ਸੁਗੰਧ ਗੰਧਈਆ। ਹਰੀ ਪ੍ਰਭੂ ਦੀ ਭਗਤੀ ਚੰਦਨ ਦੀ ਮਹਿਕ ਦੀ ਤਰ੍ਹਾਂ ਹੈ, ਜੋ ਸ੍ਰੇਸ਼ਟ ਸੁਗੰਧੀ ਸਾਰੇ ਜਗਿਆਸੂਆਂ ਨੂੰ ਸ਼ੁਭ ਗੁਣਾਂ ਦੇ ਸਹਿਤ ਸੁਗੰਧਿਤ ਕਰ ਦਿੰਦੀ ਹੈ। ਮਿਲ ਸਤ ਸੰਗਤ ਪਰਮ ਪਦ ਪਾਇਆ। ਇਹ ਭਾਈ ਮੈਂ ਸਤਸੰਗਤ ਦੇ ਵਿੱਚ ਮਿਲ ਕੇ ਵੱਡੀ ਕੇਵਲ ਮੁਕਤੀ ਰੂਪ ਪਦਵੀ ਨੂੰ ਪਾਇਆ ਹੈ। ਮੈਂ ਹਿਰਡ ਪਲਾਸ ਸੰਗ ਹਰ ਬੁਹੀਆ। ਜਿਸ ਪ੍ਰਕਾਰ ਰਿੰਡ ਤੇ ਪਲਾ ਚੰਦਨ ਨਾਲ ਮਿਲ ਕੇ ਚੰਦਨ ਦੀ ਬੋਹੀਆ ਸੁਗੰਧ ਵਾਲਾ ਹੋ ਜਾਂਦਾ ਹੈ, ਇਸੇ ਪ੍ਰਕਾਰ ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗ ਤੁਮਾਰੇ ਬਾਸਾ। ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ। ਮੈਂ ਪਹਿਲਾਂ ਅਰਿੰਡ ਦੀ ਤਰ੍ਹਾਂ ਕੋੜੇ ਬਚਨ ਬੋਲਦਾ ਸੀ ਤੇ ਪਲਾਹ ਦੀ ਤਰ੍ਹਾਂ ਫਿੱਕੇ ਬੇਰਸੀ ਵਾਲੇ ਬਚਨ ਬੋਲਦਾ ਸੀ, ਪਰ ਸਤਸੰਗਤ ਦੇ ਨਾਲ ਮਿਲ ਕੇ ਹਰੀ ਪ੍ਰਭੂ ਦੀ ਭਗਤੀ ਰੂਪ ਬੋਹੀਆ ਖੁਸ਼ਬੂ ਦੇ ਸਹਿਤ ਹੋ ਗਿਆ ਹੈ। ਜਪ ਜਗਨਨਾਥ ਜਗਦੀਸ਼ ਗੁਸਈਆ। ਇਹ ਭਾਈ ਜਗਤ ਦੇ ਮਾਲਕ, ਜਗਤ ਦੇ ਈਸ਼ਵਰ ਤੇ ਪ੍ਰਥਵੀ ਦੇ ਮਾਲਕ ਪ੍ਰਭੂ ਨੂੰ ਜਪਣਾ ਕਰੋ। ਆਪ ਜਪੋ ਅਬਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ। ਆਪ ਜਪੋ, ਆਪ ਦੇ ਬੱਚਿਆਂ ਨੂੰ ਜਪਾਓ। ਜੇ ਮਾਂ ਜਪੇਗੀ ਤਾਂ ਹੀ ਬੱਚਾ ਉਹਦੀ ਸਿੱਖਿਆ ਗ੍ਰਹਿਣ ਕਰੇਗਾ। ਸੋ ਜੇ ਪਿਤਾ ਮਰਯਾਦਾ ਵਿੱਚ ਰਹੇਗਾ ਤਾਂ ਹੀ ਪੁੱਤਰ ਸਿੱਖੀ ਧਾਰਨ ਕਰੇਗਾ। ਜੇ ਪਿਓ ਪੁੱਤ ਇਕੱਠੇ ਹੀ ਬੈਠ ਕੇ ਡਰਿੰਕ ਕਰਨਗੇ, ਫਿਰ ਬੱਚਿਆਂ ਨੇ ਕੀ ਸਿੱਖਿਆ ਲੈਣੀ ਹੈ। ਇਸ ਲਈ ਜਿਹੜੇ ਵੱਡੇ ਹੁੰਦੇ ਨੇ, ਆਗੂ ਹੁੰਦੇ ਨੇ, ਮੋਹਤਬਾਰ ਹੁੰਦੇ ਨੇ, ਉਹ ਸਿੱਖਿਆਦਾਇਕ ਹੁੰਦੇ ਹਨ। ਇਸ ਲਈ ਪਹਿਲਾਂ ਆਪ ਦਾ ਜੀਵਨ ਬਣਾਉਣ। ਆਪਾਂ ਕਹਿੰਦੇ ਸਾਡੇ ਬੱਚੇ ਸਾਡੇ ਕਹਿਣੇ ਵਿੱਚ ਨਹੀਂ ਹਨ। ਬੱਚਿਆਂ ਦਾ ਮੇਰੇ ਖਿਆਲ ਮੁਤਾਬਕ ਕੋਈ ਇੰਨਾ ਜ਼ਿਆਦਾ ਕਸੂਰ ਨਹੀਂ ਹੈ। ਸੋ ਅਸੀਂ ਪਰਵਿਸ਼ ਉਹਨਾਂ ਦੀ ਪਾਲਣਾ ਹੀ ਇਸ ਮਾਹੌਲ ਵਿੱਚ ਕੀਤੀ ਹੈ ਕਿ ਉਹਨਾਂ ਦਾ ਸੁਭਾਅ ਉਹ ਜਿਸ ਤਰ੍ਹਾਂ ਦਾ ਹੈ ਉਹ ਸਾਡੇ ਮੁਤਾਬਕ ਹੀ ਹੈ। ਜੇ ਪਹਿਲਾਂ ਤੋਂ ਹੀ ਆਪਾਂ ਸਿੱਖਿਆ ਦਈਏ ਤਾਂ ਕਿਉਂ ਨਾ ਬੱਚੇ ਵੱਡੇ ਹੋ ਕੇ ਅਦਬ ਸਤਿਕਾਰ ਦੇ ਸਹਿਤ ਬੋਲਣ। ਤੋ ਜਿਵੇਂ ਚੰਦਨ ਦੇ ਕੋਲੋਂ ਇਰੰਡ ਸੁਗੰਧੀ ਲੈਂਦਾ ਹੈ, ਉਹ ਇੱਕ ਨਿਰਜੀਵ ਹੈ। ਵੈਸੇ ਦਰਖਤ ਜੀਵ ਮੰਨਿਆ, ਪਰ ਉਹਦੇ 'ਚ ਜਾਨ ਤਾਂ ਨਹੀਂ ਹੈ, ਚੇਤਨ ਦਾ ਨਹੀਂ ਹੈ, ਜੜ ਹੈ। ਫਿਰ ਵੀ ਉਹ ਸੰਗਤ ਦਾ ਅਸਰ ਕਬੂਲਦਾ ਹੈ। ਤੇ ਬੱਚੇ ਕਿਉਂ ਨਾ ਅਸਰ ਕਬੂਲਣਗੇ ਭਾਈ, ਉਹ ਤਾਂ ਜਿਉਂਦੇ ਜਾਗਦੇ ਨੇ। ਧਰਤੀ ਵੀ ਅਸਰ ਕਬੂਲਦੀ ਹੈ। ਤੋ ਇਸ ਲਈ ਮਹਾਰਾਜ ਕਹਿੰਦੇ ਤੁਸੀਂ ਆਪ ਦਾ ਜਿਹੜਾ ਸੁਭਾਅ ਹੈ ਚੰਦਨ ਦੀ ਤਰ੍ਹਾਂ ਬਣਾਓ।
ਆਪਣਾ ਜੀਵਨ ਸ਼ੁੱਧ ਰੱਖੋ। ਕਿਸੇ ਨੂੰ ਬੋਲ ਕੇ ਕਹਿਣ ਦੀ ਲੋੜ ਹੀ ਨਾ ਪਏ। ਜਿਹੜਾ ਚੰਦਨ ਹੈ ਉਹ ਬੋਲਦਾ ਨਹੀਂ ਹੈ, ਉਹ ਲਪਟਾਂ ਹੀ ਇੰਨੀਆਂ ਮਹਿਕਾਂ ਦੀਆਂ ਛੱਡਦਾ ਹੈ ਕਿ ਆਪਣੇ ਆਪ ਹੀ ਮਨ ਖੁਸ਼ ਪ੍ਰਸੰਨ ਹੋ ਜਾਂਦਾ। ਫੁੱਲ ਕਦੀ ਵੀ ਆਪਦੇ ਕੋਲ ਨਹੀਂ ਬੁਲਾਉਂਦਾ, ਉਹ ਸਿੱਖਿਆ ਨਹੀਂ ਦਿੰਦਾ। ਫੁੱਲ ਦੇ ਵਿੱਚੋਂ ਮਹਿਕ ਹੀ ਇੰਨੀ ਆਉਂਦੀ ਹੈ ਕਿ ਸਾਧ ਸੰਗਤ ਜੀਓ ਆਪਣੇ ਆਪ ਹੀ ਸਾਰੇ ਉਹਦੇ ਵੱਲ ਖਿੱਚੇ ਜਾਂਦੇ ਨੇ। ਤੇ ਇਸ ਵਾਸਤੇ ਭਾਈ ਗੁਰਦਾਸ ਸਾਹਿਬ ਜੀ ਨੂੰ ਕਿਸੇ ਨੇ ਆਖਿਆ ਕਿ ਭਾਈ ਸਾਹਿਬ ਸਾਡੇ ਨਗਰ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਕਰੋ, ਕਥਾ ਸੁਣਾਓ। ਗੁਜ਼ਰ ਰਹੇ ਸੀ, ਲੰਘ ਰਹੇ ਸੀ। ਕਹਿੰਦੇ ਇਹਦੇ ਨਾਲ ਕੀ ਹੋਏਗਾ? ਕਹਿੰਦੇ ਗੁਰਮਤਿ ਦ੍ਰਿੜ ਹੋਏਗੀ, ਸਾਡੇ ਬੱਚਿਆਂ ਦੇ ਅਸਰ ਹੋਏਗਾ, ਅਸੀਂ ਗੁਰਮਤਿ ਗ੍ਰਹਿਣ ਕਰਾਂਗੇ। ਤਾਂ ਭਾਈ ਸਾਹਿਬ ਕਹਿਣ ਲੱਗੇ ਜੀ ਮੇਰੇ ਲੰਘਣ ਦੇ ਨਾਲ ਜੇ ਤੁਹਾਡੇ 'ਤੇ ਅਸਰ ਨਹੀਂ ਹੋਇਆ ਤਾਂ ਬੋਲਣ ਦੇ ਨਾਲ ਬਹੁਤਾ ਅਸਰ ਨਹੀਂ ਹੋਏਗਾ। ਤੇ ਇਸ ਵਾਸਤੇ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਜੇ ਆਪ ਦਾ ਜੀਵਨ ਹੋਵੇ, ਜੋ ਗੁਰੂ ਘਰ ਦੇ ਪ੍ਰਬੰਧਕ ਹਨ, ਕਮੇਟੀਆਂ ਦੇ ਮੈਂਬਰ ਨੇ, ਜੇ ਉਹ ਘੱਟੋ ਘੱਟ ਆਪ ਹੀ ਆਪ ਦਾ ਜੀਵਨ ਬਣਾ ਲੈਣ, ਆਪੋ ਆਪਣੇ ਪਰਿਵਾਰਾਂ ਨੂੰ ਸਾਂਭ ਲੈਣ, ਤਾਂ ਆਪਣੇ ਆਪ ਹੀ ਸੋ ਜਿੰਨੀ ਵੀ ਸਿੱਖ ਕੌਮ ਹੈ ਉਹ ਚੜ੍ਹਦੀ ਕਲਾ ਚਲੇ ਜਾਏਗੀ। ਜਪ ਜਗਨਨਾਥ, ਇਹ ਭਾਈ ਜੋ ਜਗਤ ਦੇ ਮਾਲਕ ਜਗਦੀਸ਼ ਜਗਤ ਈਸ਼ਵਰ ਗੋਸਈਆਂ ਪ੍ਰਿਥਵੀ ਦੇ ਮਾਲਕ ਨੇ, ਉਹਨਾਂ ਨੂੰ ਜਪਣਾ ਕਰੋ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਸਾਰਨ ਪਰੇ ਸੇ ਜਨ ਉਭਰੇ। ਇੱਕ ਅਰਿੰਡ ਕੌੜਾ ਬੂਟਾ ਹੁੰਦਾ, ਪਲਾਹ ਫਿੱਕਾ ਹੁੰਦਾ ਹੈ, ਪਰ ਉਹ ਵੀ ਚੰਦਨ ਦੇ ਨਾਲ ਸੁਗੰਧੀ ਵਾਲੇ ਹੋ ਜਾਂਦੇ ਨੇ। ਜੇ ਇਨਸਾਨ ਹੈ ਤਾਂ ਉਹ ਕਿਉਂ ਨਹੀਂ ਭਗਤੀ ਦੀ ਸੁਗੰਧੀ ਵਾਲਾ ਹੋਏਗਾ। ਜਿਹੜੇ ਵੀ ਮਨੁੱਖ ਉਸ ਪਰਮਾਤਮਾ ਦੀ ਸ਼ਰਨ ਓਟ ਵਿੱਚ ਪਏ ਹਨ, ਉਹੀ ਮਨੁੱਖ ਸੰਸਾਰ ਸਮੁੰਦਰ ਵਿੱਚ ਡੁੱਬਣ ਤੋਂ ਬਚੇ ਹਨ। ਜਿਉ ਪ੍ਰਹਲਾਦ ਉਦਾਰ ਸਮਈਆ। ਜਿਵੇਂ ਪ੍ਰਭੂ ਨੇ ਪ੍ਰਹਿਲਾਦ ਭਗਤ ਨੂੰ ਤਾਰ ਕੇ ਆਪਣੇ ਵਿੱਚ ਮੇਲ ਲਿਆ ਸੀ, ਤਿਵੇਂ ਹੀ ਵਾਹਿਗੁਰੂ ਤੁਹਾਨੂੰ ਵੀ ਮੇਲ ਲਵੇਗਾ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਭਾਰੇ 18 ਹੈ ਮੈਂ ਚੰਦਨ ਉਤਮ। ਜਿਹੜੀ ਬਨਸਪਤੀ ਹੈ ਉਹ 18 ਭਾਰ ਮੰਨੀ ਹੈ। ਇਹਦੇ ਵਿੱਚ ਚੰਦਨ ਦਾ ਬ੍ਰਿਕਸ਼ ਸਭ ਤੋਂ ਸ੍ਰੇਸ਼ਟ ਮੰਨਿਆ ਜਾਂਦਾ ਹੈ। ਚੰਦਨ ਨਿਗਟਾ ਸਭ ਚੰਦਨ ਹੋਈਆ। ਚੰਦਨ ਦੇ ਨੇੜੇ ਉੱਗਣ ਵਾਲੇ ਸਾਰੇ ਬ੍ਰਿਕਸ਼ ਚੰਦਨ ਦਾ ਹੀ ਰੂਪ ਹੋ ਜਾਂਦੇ ਨੇ। ਇਸੇ ਪ੍ਰਕਾਰ ਭਾਰ 18 ਹੈ ਮਹ ਚੰਦਨ ਉਤਮ। 18 ਭਾਰ ਦੀ ਤਰ੍ਹਾਂ 18 ਗੋਤਾਂ ਦੇ ਵਿੱਚ ਚੰਦਨ ਦੀ ਤਰ੍ਹਾਂ ਸੰਤ ਨੇ, ਰੱਬ ਦੇ ਭਗਤ ਜਨ ਸਭ ਤੋਂ ਉੱਤਮ ਹਨ। ਚੰਦਨ ਨਿਕਟਾ ਸਭ ਚੰਦਨ ਹੋਈਆ। ਉਹਨਾਂ ਭਗਤ ਜਨਾਂ ਦੇ ਨੇੜੇ ਵਸਣ ਵਾਲੇ, ਭਾਵ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਭਗਤੀ ਦੀ ਸੁਗੰਧੀ ਦੇ ਸਹਿਤ ਚੰਦਨ ਰੂਪ ਹੀ ਹੋ ਜਾਂਦੇ ਹਨ। ਮੈਂ ਮਹਿਸੂਸ ਕੀਤਾ ਹੈ ਇਲਾਕਿਆਂ ਦੇ ਹਿਸਾਬ ਨਾਲ, ਜਿੱਥੇ ਤਾਂ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਹੈ, ਆਲੇ ਦੁਆਲੇ ਨਗਰ ਨਿਵਾਸੀ ਉਹਨਾਂ ਦਾ ਪ੍ਰਭਾਵ ਕਬੂਲ ਕੇ ਉਹਨਾਂ ਵਰਗੇ ਹੀ ਵਸਤਰ ਪਾਉਂਦੇ ਨੇ, ਉਹਨਾਂ ਵਾਂਗ ਹੀ ਭਗਤੀ ਤੇ ਮਹਾਰਾਜ ਦਾ ਸਤਿਕਾਰ ਕਰਦੇ। ਸੁਰ ਸਿੰਘ ਜਾ ਕੇ ਵੇਖਿਆ ਆਲੇ ਦੁਆਲੇ, ਮਹਾਂਪੁਰਖ ਬਾਬਾ ਦਇਆ ਸਿੰਘ, ਉਹਨਾਂ ਦੇ ਵੱਡੇ ਬਾਬਾ ਸੋਹਣ ਸਿੰਘ, ਹੁਣ ਬਾਬਾ ਅਵਤਾਰ ਸਿੰਘ ਸਾਹਿਬ, ਜਿੱਥੇ ਜਿੱਥੇ ਵੀ ਗਏ ਨੇ ਦੇਸ਼ਾਂ ਵਿਦੇਸ਼ਾਂ, ਉਹਨਾਂ ਦਾ ਪ੍ਰਭਾਵ ਕਬੂਲ ਕੇ ਇਲਾਕੇ ਦੇ ਉਹਨਾਂ ਦੇ ਸੰਗੀ ਨਿਹੰਗ ਸਿੰਘਾਂ ਦੀ ਬਾਣੀ ਨੂੰ ਪਸੰਦ ਕਰਦੇ ਨੇ। ਇੱਥੇ ਬੁੱਢਾ ਦਲੀਆਂ ਦਾ ਪ੍ਰਭਾਵ ਹੈ। ਨਿਹੰਗ ਸਿੰਘ ਆਉਣਗੇ, ਵੇਖੋ ਤੁਹਾਡੇ ਸਾਹਮਣੇ ਜਕਾਰੇ ਛੱਡਦੇ। ਤੋਂ ਕਹਿਣ ਤੋਂ ਭਾਵ ਹੈ
ਜਿੱਥੇ ਭਿੰਡਰਾ ਨਗਰ ਹੈ, ਦਮਦਮੀ ਟਕਸਾਲ ਦਾ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼। ਕਿਤੇ ਮੌਕਾ ਮਿਲੇ ਗੁਰਮਤਿ ਸਮਾਗਮ ਵਿੱਚ ਹਾਜ਼ਰੀ ਭਰਿਓ। ਕਈ ਵਾਰ ਮੈਂ ਵੇਖਿਆ ਇਹ ਗੱਲ ਵਿਚਾਰੀ ਹੈ, ਨੀਲੀਆਂ ਪੀਲੀਆਂ ਕਾਲੀਆਂ ਤੇ ਚਿੱਟੀਆਂ ਪੱਗਾਂ, ਦਸਤਾਰਧਾਰੀ ਤੇ ਅੰਮ੍ਰਿਤਧਾਰੀ, 100 ਦੇ ਵਿੱਚੋਂ 1% ਬੇਅਮ੍ਰਿਤੀ ਹੋਣਗੇ। ਟੋਟਲ ਜਿੰਨੀ ਵੀ ਸੰਗਤ ਹੈ ਭਾਵੇਂ ਥੋੜ੍ਹੀ ਹੋਏਗੀ, ਅੰਮ੍ਰਿਤਧਾਰੀ ਤੇ ਕੇਸਾਧਾਰੀ ਮਿਲਣਗੇ। ਤੋ ਇਸ ਵਾਸਤੇ ਆਮ ਮੇਲਿਆਂ ਗੇਲਿਆਂ ਦੇ ਵਿੱਚ ਲੰਗਰ ਪਾਣੀ ਦਾ ਪ੍ਰਭਾਵ ਜ਼ਿਆਦਾ ਹੁੰਦਾ, ਖਾਣ ਪੀਣ ਦਾ, ਤੇ ਬਾਕੀ ਰੰਗ ਤਮਾਸ਼ੇ ਹੁੰਦੇ ਨੇ। ਤੁਸੀਂ ਵੇਖੋ ਝੰਡੀਆਂ ਲਾਈਆਂ ਹੋਣਗੀਆਂ ਤੇ ਉਹ ਡੀਜੇ 'ਚ ਗਾਣੇ ਹੋਰ ਹੀ ਲਾਏ ਹੋਣਗੇ, ਰੁਮਾਲੀਆਂ ਜੀਆਂ ਬੰਨੀਆਂ ਹੋਣਗੀਆਂ, ਭਾਵੇਂ 4 ਸਾਹਿਬਜ਼ਾਦਿਆਂ ਦਾ ਨਾਮ ਵੀ ਸਿਰੀਵਾਰ ਨਾ ਆਉਂਦਾ ਹੋਵੇ। ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਿਓ ਵੀ ਸਾਹਿਬਜ਼ਾਦਿਆਂ ਦੀਆਂ ਮਾਵਾਂ ਦਾ ਨਾਂ ਦੱਸ ਦਿਓ, ਮੈਨੂੰ ਹੀ ਪੁੱਛ ਲਿਓ। ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਇੰਨੀਆਂ ਦੀਆਂ ਮਾਵਾਂ ਦਾ ਨਾਮ ਕੀ ਸੀਗਾ? ਇਹ ਤਾਂ ਸਾਨੂੰ ਪਤਾ ਵੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦੇ, ਮਾਤਾਵਾਂ ਦਾ ਨਾਮ ਕੀ ਸੀਗਾ ਨਹੀਂ ਪਤਾ। ਉਹ ਜੋੜ ਮੇਲਾ ਹੈ, ਚੜ੍ਹਦੀ ਕਲਾ, ਡਮ ਡਮ ਠਾ ਠਾ। ਸੋ ਆਮ ਤੌਰ 'ਤੇ ਜਦ ਆਪਾਂ ਯਾਤਰਾ 'ਤੇ ਜਾਂਦੇ ਹਾਂ ਤੇ ਸਾਡੀ ਮਾਨਸਿਕ ਬਿਰਤੀ ਕਿਸ ਤਰ੍ਹਾਂ ਦੀ ਹੁੰਦੀ ਹੈ ਵੀ ਚਲੋ ਸ਼ਿਮਲੇ ਕੀ ਜਾਣਾ, ਉਹ ਮੇਰੇ ਵਰਗਾ ਸੋਚੋ ਹੇਮਕੁੰਡ ਸਾਹਿਬ ਜਾਂਦੇ ਹਾਂ, ਨਾਲੇ ਉੱਥੇ ਬਰਫ਼ ਵੇਖਾਂਗੇ ਤੇ ਨਾਲੇ ਸੈਰ ਹੋ ਜਾਊਗੀ, ਨਾਲੇ ਮੱਥਾ ਵੀ ਟੇਕ ਆਵਾਂਗੇ। ਮੱਥਾ ਟੇਕਣ ਦੀ ਭਾਵਨਾ ਘੱਟ ਹੁੰਦੀ ਹੈ, ਉਹ ਪਿਕਨਿਕ ਮਨਾਉਣ ਦੀ, ਪਹਾੜਾਂ ਦੀ ਸੈਰ ਦੀ ਭਾਵਨਾ ਜ਼ਿਆਦਾ ਹੁੰਦੀ ਹੈ। ਜੋੜ ਮੇਲਿਆਂ ਦੇ ਵਿੱਚ ਸਾਹਿਬਜ਼ਾਦਿਆਂ ਦਾ ਜੋ ਪ੍ਰੇਮ ਸ਼ਰਧਾ ਹੈ, ਜੋ ਉਹਨਾਂ ਸਾਨੂੰ ਸਿੱਖਿਆ ਦਿੱਤੀ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ, ਉਹਨਾਂ ਆਪਦੇ ਧਰਮ ਨੂੰ ਨਹੀਂ ਤਿਆਗਿਆ, ਸੀਸ ਭਾਵੇਂ ਬਲੀਦਾਨ ਦੇ ਦਿੱਤਾ। ਉਹਦੇ ਬਾਰੇ ਸਾਨੂੰ ਕੋਈ ਗਿਆਤ ਨਹੀਂ ਹੈ ਵੀ ਕੇਸ ਨਹੀਂ ਕਟਾਉਣੇ, ਅੰਮ੍ਰਿਤ ਛਕਣਾ, ਉਹਨਾਂ ਵਾਲੇ ਗੁਣ ਪ੍ਰਾਪਤ ਕਰਨੇ ਨੇ। ਬਸ ਜੋੜ ਮੇਲਾ ਹੈ, ਸਭਾ ਹੈ, ਦੀਵਾਨ ਦੇ ਵਿੱਚ ਵੀ ਬੈਠ ਕੇ ਹਾਜ਼ਰੀ ਭਾਵੇਂ ਅਸੀਂ ਖੁਦ ਆਪ ਨਹੀਂ ਭਰਦੇ, ਕਿੱਥੇ ਟਾਈਮ ਹੁੰਦਾ। ਉਹ ਜੇ ਮਸਾਂ ਕਿਤੇ ਪਹੁੰਚੀ ਦਾ ਅੰਦਰ, ਪ੍ਰਬੰਧਕ ਬਾਂਹ ਤੋਂ ਫੜ ਕੇ ਬਾਹਰ ਕੱਢ ਦਿੰਦੇ ਨੇ। ਇੱਕ ਤਾਂ ਉਹ ਰੌਲਾ ਪੈਂਦਾ ਹੋਊਗਾ, ਇੱਕ 5-6 ਉੱਥੇ ਮੱਥਾ ਟੇਕਣ ਵਾਲੇ ਲਾਗੇ ਖਲੋਤੇ ਹੋਣਗੇ, ਚਲੋ 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 ਵੀ ਦੱਸੋ ਸਾਨੂੰ ਨਹੀਂ ਪਤਾ ਜਾਣਾ। ਮੈਨੂੰ ਬਹੁਤ ਬੁਰਾ ਲੱਗਦਾ। ਕਿਤੇ ਹਰ ਕੀ ਪੌੜੀ ਤੇ ਜਲ ਲੈਣਾ, 5-6 ਉੱਥੇ ਖਲੋਤੇ ਹੋਣਗੇ, ਛੇਤੀ ਚਲੋ ਜੀ, ਇਸ ਤਰ੍ਹਾਂ ਕਰੋ ਜੀ, ਉਸ ਤਰ੍ਹਾਂ ਕਰੋ ਜੀ, ਕਿਤੇ ਲਾਈਨ ਲੱਗੀ ਹੋਊਗੀ ਤੇ ਉਹਨਾਂ ਦਾ ਰੌਲਾ ਜ਼ਿਆਦਾ ਹੋਊਗਾ, ਨਿਆਣਿਆਂ ਦਾ ਘੱਟ ਹੋਊਗਾ। ਤੇ ਇਸ ਵਾਸਤੇ ਮਿੰਟਾਂ ਸਕਿੰਟਾਂ 'ਚ ਕੀ ਪ੍ਰਾਪਤ ਹੋ ਸਕਦਾ? ਏਡੀ ਦੂਰ ਭੱਜੇ ਗਏ ਵੀ ਸ਼ਬਦ ਇੱਕ ਸੁਣਿਆ ਕੀਰਤਨ ਦਾ, ਕਿਉਂਕਿ ਜਗ੍ਹਾ ਹੀ ਨਹੀਂ ਮਿਲੀ। ਤੇ ਇਸ ਵਾਸਤੇ ਦੀਵਾਨਾਂ ਦੇ ਵਿੱਚ ਵੀ ਹਾਜ਼ਰੀ ਨਹੀਂ ਭਰੀ। ਮੇਰੇ ਖਿਆਲ ਮੁਤਾਬਕ ਸਮਾਂ ਸਫਲ ਤਾਂ ਹੈ, ਸਰੀਰ ਦੀ ਯਾਤਰਾ ਤਾਂ ਹੋ ਗਈ, ਪਰ ਜਿਹੜਾ ਲਾਭ ਲੈਣ ਗਏ ਸੀ ਉਹ ਲਾਭ ਪ੍ਰਾਪਤ ਨਹੀਂ ਹੋਇਆ ਹੈ। ਇਸ ਲਈ ਪਾਤਸ਼ਾਹ ਜੀ ਕਥਨ ਕਰਦੇ ਹਨ ਕਿ ਜਿਹੜੇ ਸੰਤ ਨੇ, ਭਗਤ ਨੇ, ਰੱਬ ਦੇ ਪਿਆਰ ਵਾਲੇ ਹਨ, ਜੇ ਤੁਸੀਂ ਉਹਨਾਂ ਦੇ ਨਜ਼ਦੀਕ ਬੈਠੋਗੇ, ਕੋਈ ਬਚਨ ਬਿਲਾਸ ਸੁਣੋਗੇ, ਤਾਂ ਭਗਤੀ ਦੀ ਸੁਗੰਧੀ ਚੰਦਨ ਦੀ ਤਰ੍ਹਾਂ ਉਹ ਤੁਹਾਨੂੰ ਵੀ ਮਹਿਕ ਪ੍ਰਾਪਤ ਹੋਵੇਗੀ। ਸਾਕਤ ਕੋੜੇ ਊਬ ਸੁਖ ਹੋਏ। ਜਿਹੜੇ ਕਠੋਰ ਚਿੱਤ ਵਾਲੇ ਪਤਤ ਤੇ ਝੂਠੇ ਪੁਰਖ ਨੇ, ਉਹ ਊਬ ਸੁੱਕ ਦਾ ਮਤਲਬ ਹੈ ਖੜ ਸੁੱਕੜ ਬ੍ਰਿਕਸ਼ ਵਾਂਗ ਹੋਏ ਹਨ। ਜਿਹੜੇ ਖੜੇ ਖੜੋਤੇ ਹੀ ਸੁੱਕ ਜਾਂਦੇ ਨੇ ਦਰਖਤ, ਭਾਵ ਉਹਨਾਂ ਦੀ ਸ਼ਰਧਾ ਰੂਪ ਜੜ ਸੁੱਕ ਗਈ ਹੈ, ਭਗਤੀ ਰੂਪ ਛਿੱਲ ਨਹੀਂ ਰਹੀ, ਪ੍ਰੇਮ ਰੂਪੀ ਰਸ ਨਹੀਂ ਰਿਹਾ, ਨਿਸ਼ਕਾਮ ਕਰਮਾਂ ਰੂਪੀ ਪੱਤੇ ਨਹੀਂ ਰਹੇ, ਧਰਮ ਰੂਪੀ ਫੁੱਲ ਤੇ ਗਿਆਨ ਰੂਪੀ ਫਲ ਨਹੀਂ ਹੈ ਉਹਨਾਂ ਦੇ ਮਨ। ਸੋ ਜਿਹੜੇ ਨੇ ਉਹ ਵਿਗੜੇ ਹੋਏ ਹਨ। ਉਹ ਜਿਸ ਤਰ੍ਹਾਂ ਚੰਡੀਗੜ੍ਹ ਦੀਆਂ ਕੋਠੀਆਂ 'ਚ ਭਾਵੇਂ ਦਰਖਤ ਸੁੱਕ ਵੀ ਜਾਏ, ਉਹਨੂੰ ਕੱਟ ਨਹੀਂ ਸਕਦੇ, ਉਹਦੀ ਫਿਰ ਛਿੱਲ ਛੁੱਲ ਲਾ ਕੇ ਉਹਦਾ ਸ਼ੋਅ ਪੀਸ ਬਣਾ ਲੈਂਦੇ ਨੇ ਵੀ ਇਹ ਬੜਾ ਪੁਰਾਤਨ ਹੈ, ਸੋਹਣਾ ਲੱਗੂਗਾ।
ਇਸ ਤਰ੍ਹਾਂ ਤੁਰੇ ਫਿਰ ਜੋ ਸ਼ੋ ਪੀਸ ਹਨ, ਗੁਣ ਗਣ ਕੋਈ ਨਹੀਂ ਹੈ, ਨਾ ਕੋਈ ਫਲ ਨੇ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ, ਉਹ ਜੀ ਆਵੇ ਆਸ ਕਰ, ਜਾਹੇ ਨਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ। ਬਾਹਰਲੀਆਂ ਕੰਟਰੀਆਂ 'ਚ ਮੈਂ ਵੇਖਿਆ, ਚੀਜ਼ ਵੇਖਣ ਨੂੰ ਬੜੀ ਸੋਹਣੀ ਹੋਊਗੀ, ਜਦ ਬੰਦਾ ਕੋਈ ਫਲ ਫਰੂਟ ਇਹਨੂੰ ਖਾਊਗਾ ਵਿੱਚ ਕੱਖ ਵੀ ਨਹੀਂ, ਪਤਾ ਨਹੀਂ ਕੀ ਟੀਕੇ ਟੂਕੇ ਲਾ ਕੇ ਬਣਾਇਆ ਹੁੰਦਾ। ਵੇਖਣ ਨੂੰ ਲਿਸ਼ਕ ਪੁਸ਼ਕ ਬੜਾ ਕੁਝ ਲੱਗੂਗਾ, ਪਰ ਪ੍ਰੇਮ ਨਹੀਂ ਮਨ ਦੇ ਵਿੱਚ। ਜੇ ਕਿਸੇ ਨੂੰ ਰਸਤਾ ਵੀ ਪੁੱਛੋ ਤੇ ਪਹਿਲਾਂ ਤਾਂ ਬੋਲਣਾ ਹੀ ਨਹੀਂ, ਨਹੀਂ ਤਾਂ ਕਹਿਣਾ ਅਗਲੇ ਨੂੰ ਪੁੱਛ ਲਾ। ਤੇ ਇਸ ਵਾਸਤੇ ਐਸਾ ਸੁਭਾਵ ਹੈ। ਜਿਹੜੇ ਗੁਰਮੁਖ ਨੇ, ਮਾਰੇ ਕਹਿੰਦੇ ਜਨ ਪਰਉਪਕਾਰੀ ਆਏ, ਉਹ ਦਰਖਤ ਵਾਂਗ ਪਰਉਪਕਾਰ ਕਰਦੇ ਨੇ। ਦਰਖਤ ਦਾ ਜੀਵਨ ਪਰਉਪਕਾਰੀ ਹੁੰਦਾ। ਉਹ ਆਪ ਦੇ ਪੱਤਿਆਂ ਦੀ ਛਾਂ ਆਪ ਨਹੀਂ ਲੈਂਦਾ, ਦੂਜਿਆਂ ਨੂੰ ਦਿੰਦਾ ਹੈ। ਆਪ ਦੇ ਫਲ ਫਰੂਟ ਆਪ ਨਹੀਂ ਖਾਂਦਾ, ਦੂਜਿਆਂ ਨੂੰ ਛਕਾਉਂਦਾ ਹੈ। ਇੰਜ ਹੀ ਜਿਹੜੇ ਗੁਰਮੁਖ ਨੇ, ਉਹਨਾਂ ਦਾ ਜੀਵਨ ਦੂਜਿਆਂ ਵਾਸਤੇ ਹੈ। ਲਿਸ਼ਕ ਪੁਸ਼ਕ ਨੂੰ ਆਪਾਂ ਕੀ ਆਖਣਾ, ਸੁੰਦਰਤਾ ਨੂੰ ਤੇ ਵੇਖਣ ਨੂੰ ਕੀ ਆਖਣਾ, ਜੇ ਫਲ ਦੇ ਵਿੱਚ ਰਸ ਹੀ ਨਹੀਂ, ਜੇ ਬੰਦੇ 'ਚ ਪਿਆਰ ਨਹੀਂ, ਸ਼ਰਧਾ ਨਹੀਂ ਹੈ, ਭਰਾਤਰੀ ਭਾਵ ਮੇਲ ਮਿਲਾਪ ਦਾ ਗੁਣ ਨਹੀਂ ਹੈ, ਤਾਂ ਮਹਾਰਾਜ ਕਹਿੰਦੇ ਉਹ ਸਿਮਲ ਦੇ ਦਰਖਤ ਨਾਲੋਂ ਵੱਧ ਕੇ ਕੁਝ ਵੀ ਨਹੀਂ। ਸਿਮਲ ਰੁਖ ਸਰਾਇਰਾ ਅਤ ਦੀਰਘ ਅਤ ਮੁੱਚ, ਉਹ ਜੀ ਆਵੇ ਆਸ ਕਰ, ਜਾਹੇ ਨਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪਤ, ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਸਭ ਚੰਗਿਆਈਆਂ ਤੇ ਗੁਣਾਂ ਦਾ ਤਤ ਸਿਧਾਂਤ ਕੀ ਹੈ? ਮਿੱਠਾ ਬੋਲਣ, ਨਿਭ ਚੱਲਣ, ਹੱਥੋਂ ਦੇ ਕੇ ਭਲਾ ਮਨਾਏ। ਸਾਖਤ ਪੁਰਸ਼ ਜਿਹੜਾ ਹੈ ਉਹ ਖੜ ਸੁੱਕੜ ਬਿਰਕਸ਼ ਦੀ ਤਰ੍ਹਾਂ ਹੈ, ਜੋ ਖੜਾ ਖੜੋਤਾ ਹੀ ਸੁੱਕ ਗਿਆ ਹੈ। ਨਾ ਤਾਂ ਉਹਦੀ ਜੜ ਹੈ, ਸੁੱਕੀ ਹੋਈ ਹੈ, ਸ਼ਰਧਾ ਰੂਪੀ ਜੜ ਨਹੀਂ, ਉਹਦੇ ਤੇ ਛਿੱਲ ਨਹੀਂ ਹੈ, ਭਗਤੀ ਦੀ ਛਿੱਲ ਨਹੀਂ, ਉਹਦੇ 'ਚ ਰਸ ਨਹੀਂ ਹੈ, ਪ੍ਰੇਮ ਦਾ ਰਸ। ਨਿਸ਼ਕਾਮ ਕਰਮਾਂ ਦੇ ਪੱਤੇ ਨਹੀਂ ਹਨ, ਧਰਮ ਦਾ ਫੁੱਲ ਨਹੀਂ ਹੈ, ਗਿਆਨ ਦਾ ਫਲ ਨਹੀਂ ਹੈ। ਉਹਨਾਂ ਦੇ ਜਿਹੜੇ ਮਨ ਹਨ ਵਿਛੜ ਦੂਰ ਗਈਆਂ, ਮਨ ਅਭਿਮਾਨ, ਮਨ ਅੰਤःਕਰਨ ਸਿਰਫ ਹੰਕਾਰ ਦੇ ਨਾਲ ਭਰਿਆ ਹੋਇਆ ਹੈ, ਜਿਸ ਕਰਕੇ ਵਿਛੜ ਦੂਰ ਗਈ ਆ। ਉਹ ਵਾਹਿਗੁਰੂ ਨਾਲੋਂ ਜੁਦਾ ਹੋ ਕੇ ਦੂਰ ਚਲੇ ਗਏ। ਭਾਵ ਸੰਸਾਰ ਦੀ ਯਾਤਰਾ 'ਚ ਭਰਮ ਦੇ ਭਟਕਦੇ ਰਹਿੰਦੇ ਨੇ। ਮੰਨ ਲਓ ਵੀ ਆਪਾਂ ਘਰੋਂ ਗੁਰਦੁਆਰੇ ਆਏ ਹਾਂ, ਸਾਡਾ ਸੁਭਾਅ ਕੀ ਹੈ? ਜੀ ਕਰਦਾ ਵੀ ਉੱਠ ਕੇ ਭੱਜ ਚਲੀਏ, ਵੀ ਕਿਤੇ ਘਰ ਕਿਤੇ ਦੂਰ ਹੀ ਨਾ ਚੱਲ ਜਾਏ। ਤੇ ਜੇ ਬੰਦਾ ਘਰ ਬੈਠਾ ਹੈ, ਸੋਚਦਾ ਕਿ ਆਪਾਂ ਗੁਰੂ ਘਰ ਚੱਲੀਏ, ਸ਼ਾਂਤੀ ਕਿਤੇ ਵੀ ਨਹੀਂ ਹੈ। ਗੱਲ ਤਾਂ ਸ਼ਾਂਤੀ ਹੈ, ਮਨ ਦਾ ਟਿਕਾਓ ਹੈ। ਭਾਵੇਂ ਘਰ ਬੈਠੇ ਟਿਕਾ ਲਓ ਤੇ ਭਾਵੇਂ ਇੱਥੇ ਟਿਕਾ ਲਓ। ਇੱਥੇ ਕੇਵਲ ਮਨ ਦੇ ਟਿਕਾਓ ਦਾ ਸਾਧਨ ਗੁਰੂ ਕੀ ਬਾਣੀ ਚੱਲਦੀ ਹੁੰਦੀ ਹੈ। ਵਿਸ਼ੇਸ਼ ਇਹ ਹੈ। ਤੋ ਜੇ ਮਨ ਦਾ ਟਿਕਾਓ ਕਿਤੇ ਇਕਾਂਤ ਵਿੱਚ ਵੀ ਹੈ ਤਾਂ ਵੀ ਚੜ੍ਹਦੀ ਕਲਾ ਹੈ। ਤੋ ਇਹ ਸਾਡੇ ਮਨ ਦਾ ਸੁਭਾਅ ਹੈ ਕਿ ਆਪਾਂ ਪਿਛਲੇ ਬਾਰੇ ਸੋਚਦੇ ਹਾਂ ਤੇ ਅੱਗੇ ਆਉਣ ਬਾਰੇ ਚਿੰਤਾ ਕਰਦੇ ਹਾਂ। ਜਿੱਥੇ ਬੈਠੇ ਹੋਏ ਹਾਂ ਉੱਥੇ ਪਤਾ ਹੀ ਨਹੀਂ ਵੀ ਕਿੱਥੇ ਬੈਠੇ ਹੋਏ ਹਾਂ। ਪਿਛਲੇ ਦਾ ਅਫਸੋਸ ਹੈ ਤੇ ਆਉਣ ਦੀ ਚਿੰਤਾ ਹੈ, ਤੇ ਵਰਤਮਾਨ ਜਿਹੜਾ ਸਮਾਂ ਖਰਾਬ ਹੋ ਰਿਹਾ। ਗੁਰਮੁਖ ਜਿਹੜੇ ਨੇ, ਗੁਰਮੁਖ ਵਰਤਮਾਨ ਵਿੱਚ ਵਰਤਦਾ, ਹੋਵਨਹਾਰ ਸੋਈ ਪਰਵਾਣਾ। ਉਹ ਜਿੱਥੇ ਵੀ ਬੈਠਦੇ ਟੇਕੇ ਬੈਠ ਕੇ ਵਰਤਮਾਨ ਸਮੇਂ ਨੂੰ ਸੰਭਾਲਦੇ ਨੇ, ਸੇਵਾ ਸਿਮਰਨ ਦੇ ਵਿੱਚ ਚਿੱਤ ਜੋੜਦੇ ਨੇ। ਮਰਨੇ ਕੀ ਚਿੰਤਾ ਨਹੀਂ, ਆਉਣ ਵਾਲੇ ਸਮੇਂ ਦੀ ਚਿੰਤਾ ਨਹੀਂ, ਤੇ ਜੀਵਨ ਕੀ ਨਹੀਂ ਆਸ, ਤੂੰ ਸਰਬ ਜੀਆਂ ਬ੍ਰਤਪਾਲ ਹੀ ਲਿਖੇ ਸਾਸ ਗਿਰਾਸ। ਇਸ ਕਰਕੇ ਉਹ ਭਟਕਣਾ ਦੇ ਵਿੱਚ ਨਹੀਂ ਬਹਿੰਦੇ। ਜਿੱਥੇ ਵੀ ਜਾਂਦੇ ਹਨ, ਜੈ ਜਾਈਏ ਤਾਹਾਂ ਸੁਹੇਲੇ ਨਾਨਕ। ਸੋ ਮਹਾਰਾਜ ਕਹਿੰਦੇ ਨੇ ਕਿ ਜਿੱਥੇ ਵੀ ਜਾਂਦੇ ਨੇ ਉੱਥੇ ਸੁਖੀ ਵਸਦੇ ਹਨ। ਆ ਪੈਪਸੂ ਰੋਡਵੇਜ਼ ਦੀਆਂ ਬੱਸਾਂ ਦੇ ਉੱਪਰ ਘੋੜਾ ਜਿਹਾ ਬਣਿਆ ਹੁੰਦਾ, ਉਹਦੇ 'ਤੇ ਪੰਕਤੀ ਲਿਖੀ ਹੁੰਦੀ, ਤੇ ਮੈਨੂੰ ਬੜੀ ਯਾਦ ਰਹਿੰਦੀ ਹੈ। ਤੋ ਜੇ ਮਹਾਰਾਜ ਦੀ ਯਾਦ ਹੋਵੇ ਤਾਂ ਕਿੱਥੇ ਮਰਜ਼ੀ ਚਲੇ ਜਾਓ, ਉੱਥੇ ਹੀ ਸੁਖ ਹੈ, ਸ਼ਾਂਤੀ ਹੈ। ਤੇ ਜੇ ਮਹਾਰਾਜ ਦੀ ਯਾਦ ਨਹੀਂ ਹੈ, ਦੇਸ ਛੋੜ ਪਰਦੇਸੈ ਤਾਇਆ, ਪੰਜ ਚੰਡਾਲ ਨਾਲੇ ਲੈ ਆਇਆ।
ਜਿਹੜੇ ਭੂਤ ਚੰਬੜੇ ਹੁੰਦੇ ਨੇ, ਜੇ ਨਾਲ ਹੀ ਬੰਦਾ ਲੈ ਕੇ ਆ ਗਿਆ, ਭੂਤ ਤਾਂ ਛੱਡਿਆ ਨਹੀਂ, ਫਿਰ ਸ਼ਾਂਤੀ ਕਿਵੇਂ ਆਊਗੀ? ਜਿਹੜੀ ਬਦਬਲੀ ਹੋਈ ਹੈ, ਜੇ ਉਹਨੂੰ ਲਾ ਕੇ ਆਵਾਂਗੇ ਤੇ ਤਾਂ ਹੀ ਕੋਈ ਸੁੱਖ ਸ਼ਾਂਤੀ ਪ੍ਰਾਪਤ ਹੋਊਗੀ। ਤੇ ਇਸ ਵਾਸਤੇ ਇਸ ਦੇ ਹੀ ਅੰਦਰ ਪੰਜ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ, ਅੰਮ੍ਰਿਤ ਲੂਟੇ ਮਨਮੁਖ ਨਹੀਂ ਬੂਝੈ, ਕੋਏ ਨਾ ਸੁਣੈ ਪੁਕਾਰਾ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਆਖਿਆ, ਕਬੁੱਧ ਢੂਮਣੀ, ਖੋਟੀ ਬੁੱਧੀ ਨਹੀਂ ਛੱਡੀ, ਇਹ ਮਰਾਸਣ ਹੈ। ਕੋ ਦਇਆ ਕਸਾਇਣ, ਖੋਟੀ ਦਇਆ ਨਹੀਂ ਛੱਡੀ, ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਜੇ ਦਇਆ ਨਹੀਂ ਪਾਲੀ, ਇਹ ਕਸਾਈ ਦੇ ਘਰ ਵਾਲੀ ਕਸਾਇਣ ਹੈ। ਕਬੁੱਧ ਢੂਮਣੀ ਕੋ ਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਪਰਾਏ ਦੀ ਨਿੰਦਾ ਹਿਰਦੇ ਵਿੱਚ ਚੂੜੀ ਬੈਠੀ ਹੋਈ ਹੈ। ਤੇ ਮੁੱਠੀ ਕ੍ਰੋਧ ਚੰਡਾਲ, ਜਿਹੜੀ ਕ੍ਰੋਧ ਵਾਲੀ ਬਿਰਤੀ ਲੁੱਟੀ ਹੋਈ ਹੈ, ਕ੍ਰੋਧ ਦੀ ਵਸੀਕਾਰ ਹੋਈ, ਇਹ ਚੰਡਾਲ ਦੀ ਤਰ੍ਹਾਂ ਹੈ। ਕ੍ਰੋਧ ਜਿਹੜਾ ਹੈ ਕਾਰੀ ਕੱਢੀ ਕੀਤੀ ਹੈ। ਜੇ ਜੀਵਨ ਫਾਇਰ ਬ੍ਰਿਗੇਡ ਗੱਡੀ ਵਰਗਾ, ਮਤਲਬ ਭਟਕਣਾ, ਪਾਸੇ ਹਟ ਜਾਓ ਪਾਸੇ ਹਟ ਜਾਓ, ਤਾਂ ਫਿਰ ਕੋਈ ਲਾਭ ਨਹੀਂ। ਮਹਾਰਾਜ ਕਹਿੰਦੇ ਵੀ ਜੀ ਕ੍ਰੋਧ ਹੀ ਇੰਨਾ ਹੈ ਕਿ ਬੰਦਾ ਵੇਖਣ ਵਾਲਾ ਹੀ ਊਂ ਹੀ ਕੰਬਦਾ ਕਿ ਇਹਨੂੰ ਬੁਲਾਇਆ ਤਾਂ ਇਹਨੇ ਲਾੜੀ ਪੈਣਾ, ਤਾਂ ਕੋਈ ਲਾਭ ਨਹੀਂ। ਕਾਰੀ ਕੱਢੀ ਕਿਆਥੀ ਹੈ, ਜਾਂ ਚਾਰੇ ਬੈਠੀਆਂ ਨਾਲ ਕਾਰ ਕੱਢ ਕੇ ਤੇ ਚੌਂਕੇ ਦੇ ਵਿੱਚ ਬੈਠਣ ਦੇ ਨਾਲ ਕੀ ਹੋਏਗਾ? ਜੇ ਚਾਰੇ ਔਗਣ ਤੁਹਾਡੇ ਨਾਲ ਬੈਠੇ ਹੋਏ ਨੇ, ਜੇ ਬੁਲਾਵਾਂ ਹੀ ਨਹੀਂ ਛੱਡੀਆਂ, ਤਾਂ ਫਿਰ ਕੋਈ ਪ੍ਰਾਪਤੀ ਵਾਲੀ ਬਾਤ ਨਹੀਂ। ਸਾਖਤ ਕੂੜੇ ਊਬ ਸੁੱਖ ਹੋਏ, ਕਠੋਰ ਚਿੱਤ ਵਾਲੇ ਝੂਠੇ ਪੁਰਖ ਖੜ ਸੋਕਰ ਬ੍ਰਿਕਸ਼ ਵਾਂਗ ਹੋ ਗਏ ਨੇ, ਕਿਉਂਕਿ ਮਨ ਹੈ ਬਿਮਾਰ। ਉਹਨਾਂ ਦਾ ਮਨ ਜਿਹੜਾ ਹੈ ਅਭਿਮਾਨ ਦੇ ਵਿੱਚ ਲੱਗਾ ਹੋਇਆ, ਵਿਛੜ ਦੂਰ ਗਈ ਆ, ਉਹ ਭਟਕਣਾ ਦੇ ਵਿੱਚ ਪੈ ਕੇ ਤੇ ਰੱਬ ਤੋਂ ਦੂਰ ਚਲੇ ਗਏ। ਮਤਲਬ ਸੰਸਾਰ ਦੀ ਯਾਤਰਾ ਕਰਦੇ ਕਰਦੇ ਉਹਦੇ ਵਿੱਚ ਹੀ ਭਟਕ ਗਏ ਹਨ। ਸੁਖ ਨਾਹੀ ਬਹੁ ਦੇਸ ਕਮਾਏ, ਤੇ ਸਰਬ ਸੁਖਾ ਹਰ ਹਰ ਗੁਣ ਗਾਏ। ਹਰ ਗਾਤਾ ਮਹਿਤਾ ਕਰਤਾ ਆਪੇ ਜਾਣ, ਗੁਰਮੁਖਾਂ ਤੇ ਮਨਮੁਖਾਂ ਦੀ ਜੋ ਮਰਿਆਦਾ ਦੀ ਰੀਤੀ ਹੈ, ਇਹਨੂੰ ਹਰੇ ਭਰੇ ਕਰਨ ਵਾਲਾ ਕਰਤਾ ਪੁਰਖ ਖੁਦ ਆਪ ਹੀ ਜਾਣਦਾ ਹੈ। ਸਭ ਬੇਦਾ ਹਰ ਹਰ ਆਪ ਬਨਈਆ, ਇਹਨਾਂ ਦੀ ਸਾਰੀ ਵਿਧੀ ਹਰੀ ਹਰੀ ਪ੍ਰਭੂ ਨੇ ਆਪ ਹੀ ਬਣਾਉਣਾ ਕੀਤੀ। ਭਾਵ ਭਗਤ ਜਨਾਂ ਦੇ ਨਾਲ ਸ਼ਰਧਾਲੂ ਪੁਰਖ ਮਿਲ ਕੇ ਨਿਹਾਲ ਹੋ ਜਾਂਦੇ ਨੇ, ਔਰ ਅਭਿਮਾਨੀ ਪੁਰਖ ਹੰਕਾਰ ਕਰਕੇ ਵਾਹਿਗੁਰੂ ਜੀ ਤੋਂ ਵਿਛੜ ਜਾਂਦੇ ਨੇ। ਸਭਨਾ ਮਰਨਾ ਆਇਆ, ਵੇ ਛੋੜਾ ਸਭਨਾ, ਪੁੱਛੋਂ ਜਾਏ ਸਿਆਣਿਆ, ਆਗਿਆ ਮਿਲਣ ਕੇ ਨਾ। ਤੋ ਇਸ ਵਾਸਤੇ ਵਿਛੜ ਕੇ ਉਹ ਜੂਨਾਂ ਦੇ ਵਿੱਚ ਭਟਕ ਜਾਂਦੇ ਹਨ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਜਿਸ ਸਤ ਗੁਰ ਭੇਟੇ ਸੋ ਕੰਚਨ ਹੋਵੈ। ਪਾਰਸ ਇਜ਼ ਏ ਵੰਡਰਫੁਲ ਸਟੋਨ, ਜੋ ਅੱਠਾਂ ਧਾਤਾਂ ਨੂੰ ਆਪਣੇ ਨਾਲ ਸੁਹਾ ਕੇ ਤੇ ਸੋਹਣਾ ਬਣਾਉਣ ਦੀ ਸਮਰੱਥਾ ਰੱਖਦਾ ਹੈ। ਸਤਿਗੁਰੂ ਮੇਰਾ ਗੁਰ ਪਾਰਸ ਹਮ ਲੋਹ, ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ। ਪਾਰਸ ਦੀ ਤਰ੍ਹਾਂ ਜਿਹੜੇ ਵੀ ਮਨੂਰ ਲੋਹੇ ਵਾਂਗ ਵੀ ਭਾਵੇਂ ਹੋਣ, ਉਹ ਐਸੇ ਵੀ ਪੁਰਖ ਜਿਹੜੇ ਮਿਲਦੇ ਨੇ ਸੋ ਕੰਚਨ ਹੋਵੇ, ਸੋਨੇ ਦੀ ਤਰ੍ਹਾਂ ਸ਼ੁੱਧ ਜੀਵਨ ਵਾਲੇ ਹੋ ਜਾਂਦੇ ਹਨ। ਜੋ ਤੁਰ ਲਿਖਿਆ ਸੋ ਮਿਟੈ ਨਾ ਮਿਟਈਆ, ਸ਼ੁੱਧ ਪਰਮਾਤਮਾ ਦਾ ਰੂਪ ਹੀ ਹੋ ਜਾਂਦੇ। ਹੋਰ ਜੋ ਤੁਰੋਂ ਕਰਮ ਅਨੁਸਾਰ ਲੇਖ ਲਿਖਿਆ ਹੋਇਆ, ਉਹ ਕਿਸੇ ਦਾ ਮਿਟਾਇਆ ਮਿਟਦਾ ਨਹੀਂ ਹੈ। ਰਤਨ ਪਦਾਰਥ ਗੁਰਮਤ ਪਾਵੈ, ਇਹ ਭਾਈ ਗੁਰਾਂ ਦੀ ਸਿੱਖਿਆ ਦੁਆਰਾ ਹੀ ਕੋਈ ਗੁਰ ਸ਼ਬਦ ਵੈਰਾਗ ਰੂਪ ਰਤਨ ਪਦਾਰਥ ਨੂੰ ਪਾਉਂਦਾ ਹੈ। ਸਾਗਰ ਭਗਤ ਭੰਡਾਰ ਖੁਲਈਆ, ਸਤਿਗੁਰੂ ਜੀ ਆਪ ਸਮੁੰਦਰ ਦੀ ਤਰ੍ਹਾਂ ਵਿਸ਼ਾਲ ਹਿਰਦੇ ਵਾਲੇ ਨੇ, ਜਿਨ੍ਹਾਂ ਪਾਸ ਭਗਤੀ ਦੇ ਖਜ਼ਾਨੇ ਖੁੱਲੇ ਪਏ ਹਨ। ਦੋਵਾਂ ਦੋਵਾਂ ਹੱਥਾਂ ਦੇ ਨਾਲ ਭਾਵੇਂ ਕੋਈ ਲੁੱਟ ਕੇ ਲੈ ਜਾਏ, ਜੋ ਵੀ ਸਿੱਖ ਜਾਚਨਾ ਕਰਦਾ ਉਹਨੂੰ ਮਹਾਰਾਜ ਇਹ ਖਜ਼ਾਨਾ ਬਖਸ਼ ਦਿੰਦੇ ਨੇ। ਸੰਤਨ ਹੱਥ ਰਾਖੀ ਕੁੰਜੀ,
ਭਰੋਸੇ ਵਾਲਿਆਂ ਦੇ ਹੱਥ ਤਾਂ ਕੁੰਜੀ ਵੀ ਫੜਾ ਦਿੰਦੇ ਹਨ। ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਭਰਿਆ। ਮਾਂ ਪਿਓ ਬੱਚੇ ਨੂੰ ਆਪ ਹੀ ਚੀਜ਼ ਦਿੰਦੇ ਨੇ, ਫਿਰ ਉਹਨੂੰ ਸਿੱਖਿਆ ਸਮਝਾਉਂਦੇ ਨੇ ਵੰਡ ਕੇ ਖਾਣ ਦੀ, ਕਿ ਸ਼ੇਅਰ ਕਰੋ, ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਉਹਦੀ ਤਲੀ ਤੇ ਚੀਜ਼ ਰੱਖਣਗੇ, ਮੁੜ ਕੇ ਕਹਿਣਗੇ ਲਿਆ ਮੈਨੂੰ ਦੇ। ਬੱਚੇ ਦਾ ਸੁਭਾਅ ਹੈ, ਉਹ ਮੁੱਠੀ ਘੁੱਟ ਲੈਂਦਾ, ਦਿੰਦਾ ਨਹੀਂ, ਫਿਰ ਉਹਨੂੰ ਸਿਖਾਉਣਗੇ ਵੀ ਚੀਜ਼ ਵੰਡ ਕੇ ਖਾਣੀ ਚਾਹੀਦੀ ਹੈ। ਇੰਝ ਮਹਾਰਾਜ ਵੀ ਵੇਖਦਾ, ਪਹਿਲਾਂ ਦਿੰਦਾ ਹੈ, ਫਿਰ ਉਹਦਾ ਦਿਲ ਵੇਖਦਾ ਹੈ। ਮਤਲਬ ਕਈ ਗੁਰੂ ਘਰ ਦੇ ਪੱਖੀਆਂ ਨੂੰ ਰੰਗ ਦੇਣਗੇ, ਦਾਨੀ ਸੱਜਣਾ ਦੇ ਨਾਮ, ਆਪਦੇ ਦਾਦੇ ਦੇ ਪੜਦਾਦੇ ਦੇ ਗਾਂ ਪੁੱਤ ਪੋਤਰਿਆਂ ਦੇ ਅਲਮਾਰੀਆਂ 'ਤੇ ਲਿਖੇ ਹੋਣਗੇ ਨਾ, ਪੱਥਰਾਂ ਦੀਆਂ ਸਿਲਾਂ ਭਰੀਆਂ ਹੋਣਗੀਆਂ। ਹੁਣ ਤਾਂ ਕੋਈ ਚੰਗਾ ਨਹੀਂ ਲੱਗਦਾ। ਵੱਡਾ ਸਾਰਾ ਬੋਰਡ ਲਾ ਕੇ ਜਾਂ ਪੱਥਰ ਲਾ ਕੇ ਉੱਥੇ ਸੂਚੀ ਬਣਾਈ ਹੋਊਗੀ, ਇੰਨਾ ਇੰਨਾ ਦਿੱਤਾ, ਇੰਨਾ ਉਹਨਾਂ ਦਿੱਤਾ। ਪੈਸੇ ਦੀ ਕੀਮਤ ਦਿਨੋਂ ਦਿਨ ਚਲੀ ਜਾ ਰਹੀ ਹੈ। ਹੁਣ ਤਾਂ ਮਖੌਲ ਹੀ ਜਾਪਦਾ, ਜਿਹੜੇ ਪੁਰਾਣੇ ਪੱਥਰ ਲੱਗੇ ਹੋਏ ਨੇ 1100 ਰੁਪਈਆ ਕੀ ਹੈ। ਥੋੜ੍ਹੇ ਥੋੜ੍ਹੇ ਪੈਸੇ ਅੱਜ ਕੱਲ੍ਹ ਦੇ ਮੌਸਮ ਮੁਤਾਬਕ, ਮਾਹੌਲ ਮੁਤਾਬਕ, ਉਹ ਥੋੜ੍ਹੇ ਚਿਰ ਬਾਅਦ ਹੀ ਅੱਗੇ ਦੀ ਅੱਗੇ ਕੀਮਤ ਘੱਟ ਜਾਂਦੀ ਹੈ। ਉਹ ਵੇਖਣ ਵਾਲਾ ਤਾਂ ਉਵੇਂ ਹੀ ਸਮਝਦਾ ਵੀ ਚੰਗਾ ਦਾਨੀ ਹੈ। ਏਡਾ ਵੱਡਾ ਅਰਬਾਂ ਦਾ ਗੁਰਦੁਆਰਾ ਤੇ ਰੁਪਈਆ ਇਹ 1100 ਦੇ ਕੇ ਆਪਦਾ ਨਾਮ ਲਿਖਾ ਰਿਹਾ। ਕਿੰਨੀ ਮੂਰਖਤਾ ਵੇਖੋ। ਕਈ ਗੁੱਸੇ ਹੋ ਜਾਣਗੇ, ਮੇਰਾ ਨਾਮ ਅਨਾਉਂਸ ਨਹੀਂ ਕੀਤਾ। ਤੋ ਇਸ ਵਾਸਤੇ ਆਪਾਂ ਮਹਾਰਾਜ ਨੂੰ ਕੀ ਦੇ ਸਕਦੇ ਹਾਂ? ਤੇਰੋ ਕੀਆ ਤੁਝੇ ਕਿਆ ਅਰਪੋਂ, ਬੱਚੇ ਦੀ ਤਰ੍ਹਾਂ ਵਾਹਿਗੁਰੂ ਦਾ ਦਿੱਤਾ ਉਹਦੇ ਚਰਨਾਂ 'ਚ ਰੱਖ ਕੇ ਤੇ ਮੱਥਾ ਟੇਕਣਾ, ਜਿਸ ਦੇ ਨਾਲ ਵਿਸ਼ਵਾਸ ਬਣਦਾ ਹੈ। ਫਿਰ ਮਹਾਰਾਜ ਹੋਰ ਬਖਸ਼ਿਸ਼ਾਂ ਕਰਦਾ ਹੈ। ਤੇਰੋ ਕੀਆ ਤੁਝੇ ਕਿਆ ਅਰਪੋਂ, ਨਾਮ ਤੇਰਾ ਤੂੰ ਹੀ ਚਵਰ ਟੁਲਹਾਰੇ। ਇੱਥੇ ਤਾਂ ਇੰਨੇ ਰਤਨ ਪਦਾਰਥ ਨੇ ਜਿਨ੍ਹਾਂ ਦਾ ਕੋਈ ਥਾਂ ਨਹੀਂ ਹੈ। ਭਗਤੀ ਦੇ ਭੰਡਾਰੇ ਪ੍ਰਤੱਖ ਖਜ਼ਾਨੇ ਖੁੱਲ੍ਹੇ ਪਏ ਨੇ। ਬਹਾਦਰ ਸ਼ਾਹ ਨੇ ਕਲਗੀਧਰ ਜੀ ਨੂੰ ਨਗੀਨਾ ਭੇਟ ਕੀਤਾ, ਮਰ ਨੇ ਵਗਾਹ ਮਾਰਿਆ ਪਾਣੀ 'ਚ। ਆਖਿਆ ਸਾਨੂੰ ਕਿ ਇਹਨਾਂ ਚੀਜ਼ਾਂ ਪੱਥਰਾਂ ਦੀ ਲੋੜ ਹੈ, ਜਿਹੜੀ ਜ਼ਬਾਨ ਕੀਤੀ ਉਹ ਜ਼ਬਾਨ ਪੂਰੀ ਕਰ ਪੁੱਤ। ਤੂੰ ਕਿਹਾ ਸੀ ਸਾਹਿਬਜ਼ਾਦਿਆਂ ਦੇ ਕਾਤਲ ਫੜਾਊਂਗਾ, ਮੈਨੂੰ ਸਾਹਿਬਜ਼ਾਦਿਆਂ ਦੇ ਕਾਤਲ ਚਾਹੀਦੇ, ਨਗੀਨੇ ਨਗੂਨੇ ਨਾਲ ਨਹੀਂ ਖਰੀਦਿਆ ਜਾਂਦਾ। ਰਾਜਨੀਤਿਕ ਬੰਦਿਆਂ ਦੇ ਸਟੰਟ ਹੁੰਦੇ ਨੇ ਵੀ ਪੈਸਾ ਦੇ ਕੇ ਰੋਂਦੇ ਨੂੰ ਚੁੱਪ ਕਰਾ ਦਿਓ। ਮਾਰੇ ਕਹਿੰਦੇ ਵੀ ਸਾਹਿਬਜ਼ਾਦਿਆਂ ਦੇ ਕਾਤਲ ਦੇ, ਇਹ ਨਗੀਨਾ ਮੇਰੇ ਕਿਸ ਕੰਮ ਹੈ? ਕਹਿੰਦਾ ਫਿਰ ਜੇ ਤੁਸੀਂ ਲੈਣਾ ਨਹੀਂ ਸੀ ਤੇ ਮੈਨੂੰ ਹੀ ਵਾਪਸੀ ਕਰ ਦਿੰਦੇ। ਮੇਰੇ ਹੱਥੋਂ ਕਿਉਂ ਨਗੀਨਾ ਗਵਾਇਆ ਜੀ? ਸਮਝਿਆ ਵੀ ਇਹ ਨਿਹੰਗ ਨੇ। ਕਹਿੰਦਾ ਮਹਾਰਾਜ ਇਹ ਨਗੀਨਾ ਸੀਗਾ, ਪੱਥਰ ਨਹੀਂ ਸੀਗਾ। ਮਾਰੇ ਕਹਿੰਦੇ ਕੱਢ ਲਾ ਫਿਰ, ਜੇ ਤੇਰਾ ਇੰਨਾ ਹੀ ਮੋਹ ਸੀਗਾ ਫਿਰ ਦਿੱਤਾ ਕਿਉਂ? ਪਾਣੀ 'ਚ ਵਾੜ ਕੇ ਉਹਨੂੰ ਦਿਖਾਇਆ। ਹਜ਼ਾਰਾਂ ਹੀ ਉਹਨਾਂ ਵਰਗੇ ਨਗੀਨੇ ਹੇਠਾਂ ਉਹਨੇ ਦੇਖੇ। ਉੱਥੇ ਗੁਰਦੁਆਰਾ ਨਗੀਨਾ ਘਾਟ। ਇੱਕ ਸ਼ਾਹੂਕਾਰ ਆਇਆ, ਉਹਨੇ ਹੀਰਾ ਭੇਟ ਕੀਤਾ, ਉਹ ਵੀ ਮਹਾਰਾਜ ਨੇ ਵਗਾਹ ਪਾਣੀ 'ਚ ਮਾਰਿਆ। ਜਦ ਉਹਨੇ ਅਫਸੋਸ ਕੀਤਾ, ਮਾਰੇ ਕਹਿੰਦੇ ਭਾਈ ਲੈ ਲਾ ਤੂੰ, ਕੱਢ ਲੈ ਪਾਣੀ 'ਚੋਂ। ਜਦੋਂ ਵੜਿਆ ਤੇ ਕਿੰਨੇ ਹੀ ਹੀਰੇ ਉਹਨੇ ਦੇਖੇ। ਉੱਥੇ ਗੁਰਦੁਆਰਾ ਹੀਰਾ ਘਾਟ ਹੈ। ਕਿਉਂ? ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਦੇ ਕੋਲ ਬੇਅੰਤ ਖਜ਼ਾਨੇ ਹਨ। ਮਹਾਰਾਜ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੋ 10 ਪਾਤਸ਼ਾਹੀਆਂ ਦੀ ਜੋਤ, ਜਿਨ੍ਹਾਂ ਨੂੰ ਕਲਗੀਧਰ ਨੇ ਗੁਰਤਾ ਗੱਦੀ ਬਖਸ਼ੀ, ਇਹਨਾਂ 'ਚ ਪ੍ਰੇਮ ਪਦਾਰਥ ਹੈ, ਗਿਆਨ ਪਦਾਰਥ ਹੈ, ਸ਼ਰਧਾ ਪਦਾਰਥ ਹੈ। ਉਹ ਸਾਰੇ ਪਦਾਰਥ ਹਨ, ਨਾਮ ਪਦਾਰਥ ਹੈ। ਤੋ ਇਹੀ ਖਜ਼ਾਨਾ ਜਿਹੜਾ ਭਗਤੀ ਦਾ, ਸਤ ਸੰਤੋਖ ਧੀਰਜ ਦਇਆ ਧਰਮ ਵਿਚਾਰ, ਮਤ ਵਿੱਚ ਰਤਨ ਜਵਾਹਰ ਮਾਣਕ। ਰਤਨ ਦੀ ਤਰ੍ਹਾਂ ਵੈਰਾਗ ਤੇ ਜਵਾਹਰ ਦੀ ਤਰ੍ਹਾਂ ਗਿਆਨ ਤੇ ਮਾਣਕ ਦੀ ਤਰ੍ਹਾਂ ਸਰਵਣ ਮੰਨਣ ਨਿਧਿਆਸਨ, ਮੋਤੀ ਮਾਣਕ। ਇਹ ਗੁਣ ਗੁਰੂ ਸਾਹਿਬ ਨੇ ਬੁੱਧੀ ਦੇ ਵਿੱਚ ਪ੍ਰਗਟ ਕਰ ਦਿੱਤੇ ਹਨ। ਜੇ ਇੱਕ ਗੁਰ ਕੀ ਸਿੱਖ ਸੁਣੀ, ਜੇ ਗੁਰਾਂ ਦੀ ਇੱਕ ਸਿੱਖਿਆ ਨੂੰ ਸੁਣੀਏ। ਗੁਰ ਸਾਗਰ ਰਤਨੀ ਭਰ ਪੂਰੇ, ਗੁਰੂ ਸਮੁੰਦਰ ਦੀ ਤਰ੍ਹਾਂ ਹੈ ਜੋ ਰਤਨਾਂ ਦੇ ਨਾਲ ਭਰਿਆ ਹੋਇਆ ਹੈ। ਰਤਨ ਆਪ ਨੂੰ ਬੇਨਤੀ ਕਰ ਦਿੱਤੀ ਹੈ, ਗੁਣਾ ਰੂਪੀ ਰਤਨ।
ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਮਾਨ ਸਰੋਵਰ ਤੇ ਹੰਸ ਹੀ ਚੁਗਦੇ ਨੇ ਮੋਤੀ, ਕਾਵਾਂ ਦਾ ਉੱਥੇ ਕੋਈ ਕੰਮ ਨਹੀਂ। ਮਾਨ ਸਰੋਵਰ ਦੀ ਨਿਸ਼ਾਨੀ ਇਹ ਹੈ, ਇੱਕ ਸਰੋਵਰ ਦੀ, ਗੁਰੂ ਘਰ 'ਚ ਵੀ ਸਰੋਵਰ ਕਿਤੇ ਦੇਖ ਲਓ, ਨਾ ਤਾਂ ਉੱਥੇ ਡੱਡੂ ਮਿਲੂਗਾ ਨਾ ਕਾਂ ਮਿਲੂਗਾ, ਕਬੂਤਰ ਹੋਣਗੇ ਸੋਹਣੇ ਸੋਹਣੇ, ਮੱਛੀਆਂ ਹੋਣਗੀਆਂ ਜਿਹੜੀ ਸਫਾਈ ਕਰਦੀਆਂ ਨੇ, ਤੇ ਉਹ ਗੰਦਗੀ ਵਾਲੇ ਡੱਡੂ ਤੇ ਕਾਂ ਨਹੀਂ ਤੁਹਾਨੂੰ ਮਿਲਣਗੇ। ਇਹ ਸਰੋਵਰ ਦੀ ਨਿਸ਼ਾਨੀ ਹੈ। ਆਮ ਭਾਵੇਂ ਚੁਲੀ ਕੇ ਪਾਣੀ ਖੜਿਆ ਹੋਵੇ, ਭਾਵੇਂ ਸਾਡੇ ਘਰ ਹੀ ਖੜ ਜਾਏ, ਕੋਠੇ ਤੇ ਵੀ ਵੇਖ ਲਓ ਛੋਟੀ ਛੋਟੀਆਂ ਡੱਡੀਆਂ ਪੈਦਾ ਹੋ ਜਾਂਦੀਆਂ ਨੇ, ਕੁਦਰਤੀ ਹੈ ਰੱਬ ਵੱਲੋਂ ਹੀ। ਜਿੱਥੇ ਪਾਣੀ ਹੁੰਦਾ ਬਰਸਾਤਾਂ 'ਚ ਡੱਡੂ ਪੈਦਾ ਹੋ ਜਾਂਦੇ ਆ, ਤੇ ਕਾਂ ਵੀ ਜਿਹੜੇ ਨੇ ਉਹ ਭਟਕਦੇ ਫਿਰਦੇ ਨੇ। ਪਰ ਸਰੋਵਰ ਦੀ ਇਹ ਨਿਸ਼ਾਨੀ ਹੈ, ਮਾਨ ਸਰੋਵਰ ਦੀ, ਵੀ ਕਾਂ ਤੇ ਡੱਡੂ ਨਹੀਂ ਮਿਲੂਗਾ, ਉਹਨਾਂ ਦਾ ਉੱਥੇ ਜੀ ਨਹੀਂ ਲੱਗਦਾ। ਇੰਝ ਜਿੱਥੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ, ਉੱਥੇ ਮਾੜਾ ਬੰਦਾ ਨਹੀਂ ਤੁਹਾਨੂੰ ਮਿਲੂਗਾ। ਜੇ ਆਊਗਾ ਤਾਂ ਮਹਾਰਾਜ ਉਹਨੂੰ ਚੰਗਾ ਬਣਾ ਦੇਣਗੇ। ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹੰਸਾਂ ਦੀ ਤਰ੍ਹਾਂ ਮੋਤੀ ਚੁਗਦੇ ਸੰਤ ਤੇ ਦੂਰ ਨਹੀਂ ਹੁੰਦੇ। ਪਾਤਸ਼ਾਹ ਕਹਿੰਦੇ ਗੁਰ ਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ। ਹਰ ਰਸ ਚੋਗ ਚੁਗੈ ਪ੍ਰਭਾਵੈ, ਸਰਵਰ ਮੈਂ ਹੰਸ ਪ੍ਰਾਨ ਪਤ ਭਾਵੈ। ਕਿਆ ਬਗ ਬਪੜਾ ਛਪੜੀ ਨਾ ਆਏ, ਚੀਕੜ ਡੂਬੈ ਮੈਲ ਨਾ ਜਾਏ। ਰਖ ਰਖ ਚਰਨ ਧਰੇ ਵਿਚਾਰੀ, ਦੁਬਦਾ ਛੋੜ ਭਏ ਨਿਰੰਕਾਰੀ। ਸੋ ਬਗਲੇ ਬਾਤ ਜਿਹੜੇ ਪਖੰਡੀ ਨੇ ਉਹਨਾਂ ਦਾ ਵੀ ਦਿਲ ਨਹੀਂ ਲੱਗੇਗਾ। ਇੰਝ ਮਹਾਰਾਜ ਸਾਗਰ ਦੀ ਤਰ੍ਹਾਂ ਖਜ਼ਾਨੇ ਭਰੇ ਪਏ ਨੇ, ਤੇ ਪਰ ਇਹਨਾਂ 'ਚੋਂ ਕੋਈ ਵਿਰਲਾ ਵਾਂਝਾ ਹੀ ਪ੍ਰਾਪਤ ਕਰਦਾ। ਜਗ ਮੈਂ ਉਤਮ ਕਾਢੀਆ ਵਿਰਲੇ ਕਈ ਕੇ। ਬਾਕੀ ਅਸੀਂ ਸਭ ਵਪਾਰੀ ਹਾਂ। ਧੇਲੀ ਦੇ ਕੇ ਹਵੇਲੀ ਮੰਗਦੇ ਹਾਂ, ਗੰਢਾ ਦੇ ਕੇ ਸੰਡਾ ਮੰਗਦੇ ਹਾਂ। ਸੇਵਾ ਥੋੜੀ, ਗਾਜਰਾਂ 2 ਚੀੜੀਆਂ, ਆਟਾ ਕਿਲੋ ਚੜਾਇਆ ਤੇ ਮੈਨੂੰ ਮਾਫ ਕਰਨਾ, ਮੰਗਣ ਬਹੁਤਾ, ਮੰਗ ਬਹੁਤਾ ਲਿਆ। ਮਹਿਲ ਨਾ ਪਾਵੇ ਕਹਿ ਤੋ ਬਹੁਤਾ, ਉਹਨੂੰ ਕਹਿੰਦੇ ਨੇ ਵਪਾਰੀ। ਜਗ੍ਹਾ ਇੱਕ ਜਗ੍ਹਾ ਤੋਂ ਚੀਜ਼ ਸਸਤੀ ਖਰੀਦੀ, ਜਿੱਥੇ ਮਹਿੰਗੇ ਭਾਅ ਵਿਕਦੀ ਉੱਥੇ ਮਹਿੰਗੇ ਭਾਅ ਜਾ ਕੇ ਵੇਚ ਦਿੱਤੀ। ਤਾਂ ਮਹਾਰਾਜ ਕਹਿੰਦੇ ਜੇ ਵਪਾਰ ਕਰਨਾ ਸੱਚ ਦਾ ਕਰੋ ਭਾਈ, ਸੱਚ ਵਪਾਰ ਕਰੋ ਵਪਾਰੀ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਭਾਈ ਹੈ। ਤੇ ਇਸ ਲਈ ਕਹਿੰਦੇ ਜੋ ਜਾਣੈ ਮੈਂ ਕਥ ਨਹੀਂ ਕਰਤਾ, ਵਿਆਪਾਰੀ ਬਸਦਾ ਜਿਉਂ ਫਿਰਤਾ। ਜੀ ਉਹ ਜਾਣਦਾ ਹੈ ਕਿ ਮੈਂ ਕਥਨ ਕਰਨਾ ਜਾਣਦਾ, ਪਠਨ ਪਾਠਣ ਭਗਤੀ ਕਥਾ ਕੀਰਤਨ, ਤੇ ਮੰਗ ਬਹੁਤਾ ਲਿਆ ਹੈ, ਮਨ ਵਿੱਚ ਦੁਨਿਆਵੀ ਭਾਵਨਾ ਹੈ, ਤਾਂ ਵਿਆਪਾਰੀ ਬਸਦਾ ਜਿਉਂ ਫਿਰਤਾ। ਉਹ ਵਪਾਰੀ ਤੋਂ ਵੱਧ ਕੇ ਕੋਈ ਨਹੀਂ। ਜਿਵੇਂ ਉਹ ਲੂਣ ਤੇਲ ਹਲਦੀ ਵੇਚਣ ਵਾਲੇ ਧਰਤੀ ਤੇ ਫੇਰੀ ਲਾਉਣ ਵਾਲੇ ਤੁਰੇ ਫਿਰਦੇ ਹਨ। ਇਸ ਲਈ ਗੁਰਮੁਖਾਂ ਨੂੰ ਹੀ ਗੁਣ ਪ੍ਰਾਪਤ ਹੁੰਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਜੈਸੇ ਤਉ ਸਕਲ ਨਿਧ ਪੂਰਨ ਸਮੁੰਦਰ ਵੇਖੈ, ਹੰਸ ਮਰਜੀਵਾ ਨਿਹਚੈ ਪ੍ਰਸਾਦ ਭਾਵਈ। ਸਮੁੰਦਰ 'ਚ ਰਤਨ ਮੋਤੀ ਹੈ ਤਾਂ ਬਥੇਰਾ ਕੁਛ, ਜਾਂ ਤਾਂ ਹੰਸ ਚੁਗਦੇ ਨੇ, ਤੇ ਜਾਂ ਜਿਹੜੇ ਮਰਜੀਵੜੇ ਟੁੱਬਕੀ ਲਾਉਂਦੇ ਨੇ। ਜਿਹੜੇ ਮੇਰੇ ਵਰਗੇ ਨੇ ਕੰਢੇ ਤੇ ਖੜੋਤੇ ਹੀ ਡਰੀ ਜਾਣਾ ਵੀ ਕਿਤੇ ਡੋਬੀ ਨਾ ਜਾਈਏ, ਜਾਂ ਪਾਣੀ ਕਿਤੇ ਠੰਡਾ ਨਾ ਹੋਵੇ। ਕਈ ਪਾਣੀ ਤੋਂ ਬੜਾ ਡਰਦੇ ਨੇ ਵੀ ਪਤਾ ਨਹੀਂ ਕਾਗਜ਼ੇ ਦੀ ਤਰ੍ਹਾਂ ਕਿਤੇ ਗਾਲੀ ਨਾ ਜਾਈਏ, ਠੰਡ ਲੱਗ ਗਈ ਕਿਤੇ ਚੜਾਈ ਨਾ ਕਰ ਜਾਈਏ। ਦੱਸੋ ਉਹਨੇ ਕੀ ਲੈਣਾ। ਜਿਹੜੇ ਟੁੱਬਕੀ ਲਾਉਣ ਵਾਲੇ ਨੇ ਮਰਜੀਵੜੇ, ਸਿਰ ਤੜ ਦੀ ਬਾਜੀ ਲਾਉਂਦੇ ਨੇ, ਉਹਨਾਂ ਨੂੰ ਇਹ ਸਭ ਕੁਝ ਪ੍ਰਾਪਤ ਹੁੰਦਾ ਹੈ। ਜੈਸੇ ਹੀਰਾ ਮਾਨਕ ਪਾਰਸ ਸਿੱਧ, ਜਿਸ ਤਰ੍ਹਾਂ ਪਹਾੜਾਂ ਦੇ ਵਿੱਚ ਹੀਰੇ ਨੇ, ਮਾਨਕ ਨੇ, ਪਾਰਸਾਦਿਕ ਦੀ ਵੱਟੀ ਹੈ। ਪਰ ਜਿਹੜਾ ਖੜਾ ਖੜੋਤਾ ਹੀ ਹੇਠਾਂ ਹੀ ਵੇਖ ਕੇ ਸੋਚੀ ਜਾਂਦਾ ਵੀ ਚੜਾਈ ਕੌਣ ਚੜੂਗਾ ਤੇ ਕਿਵੇਂ ਚੜਾਂਗੇ, ਤਾਂ ਉਹ ਕੁਛ ਪ੍ਰਾਪਤ ਨਹੀਂ ਕਰ ਸਕਦਾ। ਖਨ ਵਾਰਾ ਖਨ ਜਗ ਵਿਖੇ ਪ੍ਰਗਟਾ ਬਈ। ਜਿਹੜਾ ਮਿਹਨਤ ਕਸ਼ ਮਜ਼ਦੂਰ ਹੈ ਉਹ ਪੁੱਟ ਪੁੱਟ ਕੇ ਪਹਾੜਾਂ ਦੇ ਵਿੱਚੋਂ ਚੀਜ਼ਾਂ ਨੂੰ ਪ੍ਰਗਟ ਕਰ ਲੈਂਦਾ ਹੈ। ਆ ਪਹਾੜਾਂ ਦੇ ਵਿੱਚੋਂ ਹੀ ਕਿਆ ਸੋਹਣਾ ਪੱਥਰ ਵੇਖੋ ਨਿਕਲਿਆ, ਰਾਜਸਥਾਨ ਦੀਆਂ ਖਾਨਾਂ ਦੇ ਵਿੱਚੋਂ ਨਿਕਲਦਾ, ਕੋਲਾ ਆਦਿਕ ਬੜਾ ਕੁਛ ਹੈ, ਖਣਿਜ ਪਦਾਰਥ। ਅਮਰੀਕਾ ਵਾਲਿਆਂ ਨੇ ਇੰਡੀਆ ਨੂੰ ਆਫਰ ਕੀਤੀ ਸੀ ਕਿ ਤੁਹਾਡੇ ਕੋਲ ਜਨਰੇਸ਼ਨ ਜ਼ਿਆਦਾ ਹੈ, ਜਗ੍ਹਾ ਘੱਟ ਹੈ, ਸਾਨੂੰ ਠੇਕਾ ਦੇ ਦਿਓ, ਐਗਰੀਮੈਂਟ ਕਰ ਲਓ, ਤੁਹਾਡੇ ਸਾਰੇ ਪਹਾੜ ਅਸੀਂ ਤੋੜ ਕੇ
ਤੇ ਮੈਦਾਨ ਬਣਾ ਦਿੰਦੇ ਆ, ਜਗ੍ਹਾ ਰਹਿਣ ਵਾਲੀ ਬਣਾਵਾਂਗੇ। ਪਰ ਇੱਕ ਗੱਲ ਹੈ ਵੀ ਜੋ ਕੁਛ ਨਿਕਲੂਗਾ ਉਹ ਸਾਡਾ ਹੋਊਗਾ। ਇੰਡੀਆ ਨੇ ਉਹਦਾ ਕਹਿਣਾ ਨਹੀਂ ਮੰਨਿਆ। ਤੇ ਇਸ ਵਾਸਤੇ ਪਹਾੜਾਂ ਦੇ ਵਿੱਚ ਹੈ ਬੜਾ ਕੁਛ, ਕੀ ਪਤਾ ਕਿੰਨਾ ਕੁ ਕੁਛ ਨਿਕਲੂਗਾ। ਤੇ ਇਸ ਵਾਸਤੇ ਕਹਿੰਦੇ ਜੈਸੇ ਹੀਰਾ ਮਾਨਕ ਪਾਰਸ ਸਿੱਧ ਖਨਵਾਰਾ ਖਨ ਜਗ ਵਿਖੇ ਪ੍ਰਗਟਾਵਈ, ਜੈਸੇ ਬਨ ਵਿਖੇ ਮਲਿਆਗਰ ਸੋਂਦਾ ਕਪੂਰ ਸੋਧ ਕੇ ਸੁਬਾਸੀ ਸੁਬਾਸ ਬੇਹਿਸਾਬਈ। ਜੰਗਲ ਦੇ ਵਿੱਚ ਇਹੋ ਜਿਹੀਆਂ ਬੂਟੀਆਂ ਵੀ ਨੇ ਜੋ ਮਰਿਆਂ ਦੇ ਵਿੱਚ ਜਾਨ ਪਾ ਦਿੰਦੀਆਂ। ਉਹ ਜਿਹੜੀ ਸੰਜੀਵਨੀ ਬੂਟੀ ਸੀਗੀ ਹਨੂਮਾਨ ਨੇ ਲਿਆਂਦੀ, ਪਹਾੜ ਦਾ ਪਹਾੜ ਹੀ ਚੁੱਕ ਲਿਆਂਦਾ, ਉਹੀ ਉਹ ਘੋਲ ਕੇ ਲਛਮਣ ਦੇ ਮੂੰਹ 'ਚ ਪਾਈ ਸੀ ਤੇ ਉੱਠ ਕੇ ਬਹਿ ਗਿਆ ਸੀ। ਵੈਦ ਹਕੀਮ ਜਿਹੜੇ ਨੇ ਉਹ ਜੜੀਆਂ ਬੂਟੀਆਂ ਤੋਂ ਹੀ ਇਲਾਜ ਕਰਦੇ ਨੇ। ਆ ਜਿਹੜੇ ਆਯੁਰਵੈਦਿਕ ਨੇ ਤਾਂ ਪ੍ਰਤੱਖ ਜੜੀਆਂ ਬੂਟੀਆਂ, ਦੇਸੀ ਹਕੀਮ ਵੀ, ਤੇ ਜਿਹੜੇ ਹੋਮਿਓਪੈਥਿਕ ਨੇ ਇਹ ਵੀ ਉਹਨਾਂ ਬੂਟੀਆਂ ਦੇ ਵਿੱਚੋਂ ਕਸੀਸ ਕੇ ਰਸ ਕੱਢ ਕੇ ਤੇ ਉਹ ਰਸ ਜਿਹਾ ਗੋਲੀਆਂ ਤੇ ਪਾ ਕੇ ਦਿੰਦੇ ਨੇ। ਤੋ ਐਲੋਪੈਥਿਕ ਵੀ ਇਸੇ ਤਰ੍ਹਾਂ ਹੀ ਹੈ, ਆਪੋ ਆਪਣਾ ਇਹਨਾਂ ਦਾ ਤਰੀਕਾ ਹੈ। ਪਰ ਹੈ ਸਾਰਾ ਕੁਛ ਜੰਗਲਾਂ ਬੇਲੀਆਂ ਦੇ ਵਿੱਚ ਹੀ। ਪਰ ਮੇਰੇ ਵਰਗੇ ਨੂੰ ਕੀ ਪਤਾ ਕਿ ਕਿਹੜੇ ਗੁਣ ਰੱਖਦੀ ਹੈ। ਜ਼ਹਿਰੀਲੀਆਂ ਵੀ ਹੁੰਦੀਆਂ ਨੇ। ਇਉਂ ਜਿਹੜਾ ਵਾਸ਼ਨਾ ਵਾਲਾ ਹੈ, ਵੈਦ ਹਕੀਮ ਸਿਆਣਾ, ਉਹ ਸੋਧ ਕੇ ਉਹਦੀ ਵਾਸ਼ਨਾ ਲੈ ਕੇ ਉਹਨੂੰ ਪ੍ਰਗਟ ਕਰਕੇ ਦੁਨੀਆ ਦਾ ਭਲਾ ਕਰਦਾ ਹੈ। ਜੈਸੇ ਬਨ ਵਿਖੇ ਮਲਿਆਗਰ ਸੋਂਦਾ ਕਪੂਰ, ਚੰਦਨ ਵੀ ਹੈ ਤੇ ਕਪੂਰ ਵੀ ਹੈ, ਪਰ ਸੋਧ ਕੇ ਸੁਬਾਸੀ ਸੁਬਾਸ ਬੇਹਿਸਾਬਈ। ਮੇਰੇ ਵਰਗਾ ਲਾਭ ਨਹੀਂ ਲੈ ਸਕਦਾ, ਕੋਈ ਸਿਆਣਾ ਬੰਦਾ ਹੀ ਲਾਭ ਲੈਂਦਾ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ। ਇੱਕ ਵਾਰ ਉੱਚੀ ਬੋਲ ਕੇ ਕਹਿ ਦੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਗੱਲ ਆਪਾਂ ਇੱਥੇ ਮੁਕਾਉਣੀ ਸੀਗੀ। ਰਤਨ ਪਦਾਰਥ ਗੁਰਮਤਿ ਭਾਵੈ, ਸਾਗਰ ਭਗਤ ਭੰਡਾਰ ਖੁਲਈਆ। ਸਮੁੰਦਰ ਦੇ ਵਿੱਚ ਭੰਡਾਰੇ ਤਾਂ ਹਨ, ਪਰ ਹਰੇਕ ਬੰਦੇ ਨੂੰ ਉਹਦਾ ਬੈਨੀਫਿਟ ਨਹੀਂ ਹੈ। ਤੋ ਇੰਜ ਜੰਗਲ ਦੇ ਵਿੱਚ ਜੜੀਆਂ ਬੂਟੀਆਂ ਬਥੇਰੀਆਂ ਨੇ, ਪਰ ਹਰੇਕ ਬੰਦਾ ਲਾਭ ਨਹੀਂ ਲੈ ਸਕਦਾ। ਇੰਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਹੈ ਤਾਂ ਬੜਾ ਕੁਛ, ਪਰ ਹਰੇਕ ਦੇ ਵੱਸ ਦੀ ਬਾਤ ਨਹੀਂ ਵੀ ਲਾਭ ਲੈ ਲਈਏ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨੇ ਪਜਾਵਈ। ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਦੇ ਸਾਹਮਣੇ ਯੂਨੀਵਰਸਿਟੀ ਗੁਰੂ ਗ੍ਰੰਥ ਸਾਹਿਬ ਦੇ ਨਾਮ ਤੇ ਬਣਾਈ ਗਈ ਹੈ। ਪਰ ਸਪੈਸ਼ਲ ਮਹਾਰਾਜ ਦੀ ਚੇਅਰ ਸਥਾਪਿਤ ਕੀਤੀ ਗਈ ਜੋ ਗੁਰਬਾਣੀ ਦੀ ਖੋਜ ਕਰਨ ਵਾਲੇ। ਪਟਿਆਲਾ ਦੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਵੀ ਭਾਸ਼ਾ ਵਿਭਾਗ ਦਾ ਆਫਿਸ ਹੈ ਜੋ ਗੁਰਮਤਿ ਦੀ ਭਾਸ਼ਾ ਪੰਜਾਬੀ ਦੀ ਤੇ ਗੁਰੂ ਸਾਹਿਬ ਦੀ ਸਰਚ ਕਰਦੇ। ਇੰਗਲੈਂਡ ਦੇ ਵਿੱਚ ਵੀ ਗੁਰਮੁਖਾਂ ਨੇ ਇੱਕ ਚੇਅਰ ਸਥਾਪਿਤ ਕੀਤੀ ਗੁਰੂ ਨਾਨਕ ਸਾਹਿਬ ਦੇ ਨਾਮ ਦੇ। ਤੋ ਇਸ ਲਈ ਖੋਜੀ ਉਪਜੈ ਬਾਦੀ ਵਿਣਸੈ। ਖੋਜ ਕਰਨ ਦਾ ਕੋਈ ਹਰਜ ਨਹੀਂ, ਖੋਜੀ ਬੰਦਾ ਅੱਗੇ ਦੀ ਅੱਗੇ ਵੱਧਦਾ ਹੈ, ਜਿਹੜਾ ਝਗੜਾਲੂ ਹੈ ਉਹ ਨਾਸ਼ ਹੁੰਦਾ ਹੈ। ਖੋਜੀ ਉਪਜੈ ਬਾਦੀ ਵਿਣਸੈ, ਹੋਂ ਬਲ ਬਲ ਗੁਰ ਕਰਤਾਰਾ। ਮਹਾਰਾਜ ਦੀ ਬਾਣੀ ਕੇਲੇ ਦੇ ਪੱਤੇ ਵਾਂਗ ਹੈ। गुरु नानक की बात में बात बात में बात, ज्यों केले के पात में पात पात में पात। उधेड़ी जाओ अगे दी अगे अगे दी अगे अगे दी अगे चली जाओगे। जिन्ना गुरबाणी रस्ता दिंदी है, सो जिन्नी समझ दिंदी है उन्नी किसी नूं समझ आउंदी है विशाल ज्ञान। जपजी साहिब नूं ही नहीं इंसान समझ सकता। तो मैं किन्नी बार दी कथा कीती है, बड़ा कोशिश की है, पर अजे तक भी समझ नहीं आई, क्योंकि लिखिया ब्रह्म ज्ञान है, ब्रह्म ज्ञान के लागों की नहीं लंघे। तो इस वास्ते ये गुरबाणी ब्रह्म ज्ञान का खजाना है। भगती के भंडारे हैं, पर विरले मांझे पाउंदे ने। पातशाह जी कथन करते हैं विरले ना ही घने फैल पकड़ संसार। गिर गिर में मानक नहीं, हरेक पहाड़ दे विच मानक नहीं है। गज गज मोती ना है, हरेक हाथी के मत्थे च मोती नहीं हुंदा। चंदन तर बन बन नहीं। सार किताबली का करता कब हरदयाल लिखदा कि चंदन का वृक्ष हरेक जंगल च अवेलेबल नहीं है। असम के जंगलों च प्राप्त हुंदा, असली चंदन तो मिलता ही नहीं। चंदन तर बन बन नहीं, संत न पुर माहे। जिहड़े गुण ग्राही संत ने हंस हन। साध संगत जी हरेक शहर
ਹਰੇਕ ਪਿੰਡ 'ਚ ਨਹੀਂ ਮਿਲਦੇ। ਕੋਟ ਮੱਧੇ ਕਰੋੜਾਂ ਦੇ ਵਿੱਚੋਂ, 100 ਦੇ ਵਿੱਚੋਂ ਨਹੀਂ, 1000 ਵਿੱਚੋਂ ਨਹੀਂ, ਲੱਖਾਂ ਵਿੱਚੋਂ ਨਹੀਂ, ਕੋਟ ਮੱਧੇ ਕੋ ਵਿਰਲਾ ਸੇਵਕ, ਹੋਰ ਸਗਲੇ ਵਿਵਹਾਰੀ, ਕਰੋੜਾਂ ਵਿੱਚੋਂ ਕੋਈ ਵਿਰਲਾ ਹੀ ਹੈ। ਅੰਸਾਲੀ ਵਾਲੇ ਮਹਾਂਪੁਰਖ ਜਿਨ੍ਹਾਂ ਦੇ ਆਪ ਦਰਸ਼ਨ ਕਰਦੇ ਰਹੇ, ਉਹ ਵੇਖੋ ਬੋਲਦੇ ਨਹੀਂ ਸਨ, ਫਿਰ ਵੀ ਸੰਗਤ ਲੈਣ ਲਾ ਕੇ ਖੜੀ ਰਹਿੰਦੀ। 2-2 ਘੰਟੇ ਬਾਅਦ ਲੋਕਾਂ ਦੀ ਵਾਰੀ ਆਉਂਦੀ। ਸੰਤ ਭੋਰਾ ਪੁੱਟ ਕੇ ਭਗਤੀ ਕਰਦੇ। ਬਾਬਾ ਆਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ, ਤੇ ਉਹਨਾਂ ਦੇ ਭੋਰੇ ਅੱਗੇ ਅਜੇ ਵੀ ਲੈਣ ਲੱਗਦੀ ਹੈ, ਜਿੱਥੇ ਉਹਨਾਂ ਬੰਦਗੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਨੂੰ ਪ੍ਰਾਪਤ ਕੀਤਾ। ਤੋ ਇੰਜ ਜਿਨ੍ਹਾਂ ਰੱਬ ਨੂੰ ਪਾਇਆ ਹੈ ਉਹ ਹਨ ਤਾਂ ਜ਼ਰੂਰ, ਤੇ ਪਰ ਹੈਨ ਵਿਰਲੇ ਜਿਨ੍ਹਾਂ ਦੀਆਂ ਸੰਪਰਦਾਵਾਂ ਚੱਲੀਆਂ, ਔਰ ਬਹੁਤਿਆਂ ਨੇ ਉਹਨਾਂ ਤੋਂ ਵਰੋ ਸੋਨਾ ਕੀਤਾ, ਲਾਭ ਪ੍ਰਾਪਤ ਕੀਤਾ। ਪਿੰਡਾਂ ਵਾਲੇ ਮਹਾਂਪੁਰਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਕਈਆਂ ਨੇ ਸਵਾਲ ਕੀਤਾ ਵੀ ਤੁਹਾਡੇ ਕੋਲ ਕੀ ਹੈ ਜਿਸ ਦੇ ਨਾਲ ਕਿ ਇੰਨੀ ਸੰਗਤ ਜੁੜਦੀ ਹੈ, ਇਹ ਕਿੱਥੋਂ ਪੈਸਾ ਆਉਂਦਾ? ਕਹਿੰਦੇ ਭਾਈ ਇਹ ਮਹਾਰਾਜ ਦੀ ਬਾਣੀ, ਉਹਦਾ ਪ੍ਰਤਾਪ ਹੈ, ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਤੇ ਸਾਡਾ ਖਜ਼ਾਨਾ ਗੁਰੂ ਕੀ ਸਾਧ ਸੰਗਤ ਹੈ। ਮੈਂ ਆਪਣੀ ਅੱਖਾਂ ਨਾਲ ਵੇਖਿਆ, ਮੁਕਤਸਰ ਸਾਹਿਬ ਕਥਾ ਦਾ ਪ੍ਰੋਗਰਾਮ ਸੀਗਾ, ਟੁੱਟੀ ਗੰਢੀ ਸਾਹਿਬ, ਜਦੋਂ ਭੋਗ ਪਿਆ ਤੇ ਸੰਤ ਜੀ ਮਹਾਰਾਜ ਕਹਿਣ ਲੱਗੇ ਕਥਾ ਤੋਂ ਬਾਅਦ 2 ਗੱਲਾਂ ਹੀ ਕੀਤੀਆਂ ਵੀ ਕੱਲ ਨੂੰ ਭਾਈ ਅੰਮ੍ਰਿਤ ਸੰਚਾਰ ਹੈ, ਤੇ ਆਪਾਂ ਕਕਾਰ ਵੀ ਫ੍ਰੀ ਦੇਣੇ ਨੇ, ਤੇ ਕੜਾਹ ਪ੍ਰਸ਼ਾਦ ਵੀ ਬੜਾ ਬਣਨਾ, ਕਥਾ ਦਾ ਭੋਗ ਵੀ ਪੈਣਾ ਹੈ, ਅੰਮ੍ਰਿਤ ਸੰਚਾਰ 'ਚ ਵੀ, ਤੇ ਜੋ ਤਿਲ ਫੁੱਲ ਤੁਹਾਡੇ ਕੋਲੋਂ ਸਰਦਾ ਇੱਥੇ ਮੇਰੇ ਸਾਹਮਣੇ ਰੱਖੋ, ਉਹ ਮੈਂ ਸੇਵਾ ਚਲਾਊਂਗਾ। ਤੇ ਕਿਸੇ ਨੇ ਘਿਓ ਦੇ ਪੀਪੇ, ਮਾਇਆ ਦਾ ਢੇਰ ਲੱਗ ਗਿਆ, ਸਾਰਿਆਂ ਨੂੰ ਫਰੀ ਕਕਾਰ ਤੇ ਖੁੱਲ੍ਹਾ ਕੜਾ ਪ੍ਰਸ਼ਾਦ, ਲੰਗਰ ਪਾਣੀ। ਇਸ ਵਾਸਤੇ ਇਹੀ ਕਰਾਮਾਤ ਹੈ ਗੁਰੂ ਘਰ ਦੀ। ਪਾਤਸ਼ਾਹ ਜੀ ਨੇ ਆਖਿਆ ਹੈ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੂੰ ਸਿੱਧਾ ਨੇ ਪੁੱਛਿਆ ਸੀ ਕਿ ਕਿਹੜੀ ਸ਼ਕਤੀ ਨਾਲ ਤੁਸੀਂ ਇਸ ਪਰਬਤ 'ਤੇ ਆਏ ਹੋ? ਮਾਰੇ ਕਹਿੰਦੇ ਹਉ ਜਪਿਆ ਪਰਮੇਸ਼ਰੋ, ਭਾਉ ਭਗਤ ਸੰਗ ਤਾੜੀ ਲਾਈ। ਮੈਂ ਰੱਬ ਦਾ ਨਾਮ ਜਪਿਆ, ਸਮਾਧੀ ਲਾਈ ਹੈ ਵਾਹਿਗੁਰੂ ਦੇ ਨਾਮ, ਜਿਸ ਦੀ ਸ਼ਕਤੀ ਦੇ ਨਾਲ ਮੈਂ ਏਡੀ ਦੂਰ ਪਹੁੰਚਿਆ। ਰਿੱਧ ਸਿੱਧ ਨਾਮੇ ਕੀ ਦਾਸੇ, ਰਿੱਧ ਨਾਮ ਹੈ ਪੈਸੇ ਦੀ, ਅੰਨ ਦੀ ਅਤੁੱਟਤਾ, ਸਿੱਧ ਨਾਮ ਹੈ ਸ਼ਕਤੀਆਂ ਦਾ। ਇਹ ਸਾਰਾ ਕੁਛ ਮਹਾਰਾਜ ਦੀ ਬਾਣੀ ਵਿੱਚ ਸਮਿਲਿਤ ਹੋਇਆ ਪਿਆ ਹੈ। ਬ੍ਰਹਮ ਗਿਆਨ ਹੈ, ਨਾਮ ਹੈ, ਪ੍ਰਕਾਸ਼ ਹੈ, ਵਾਹਿਗੁਰੂ ਜੀ ਦੇ ਦਰਸ਼ਨ ਨੇ, ਸਭ ਕੁਛ ਮਹਾਰਾਜ ਦੇ ਕੋਲ ਹੈ। ਜਿਸ ਤਰ੍ਹਾਂ ਦਾ ਗਾਹਕ ਹੁੰਦਾ ਉਹ ਤਰ੍ਹਾਂ ਦਾ ਸੌਦਾ ਸਾਹਿਬ ਦਿੰਦੇ ਨੇ। ਵਿਣ ਗਾਹਕ ਗੁਣ ਵੇਚੀਐ, ਤਉ ਗੁਣ ਸਹਿਗੋ ਜਾਏ, ਗੁਣ ਕਾ ਗਾਹਕ ਜੇ ਮਿਲੇ, ਤਉ ਗੁਣ ਲਾਖ ਵਿਕਾਏ। ਗੁਰ ਕਾ ਸ਼ਬਦ ਰਤਨ ਹੈ, ਰਤਨ ਹੈ, ਗੁਰ ਕਾ ਸ਼ਬਦ ਰਤਨ ਹੈ। ਹੀਰੇ ਜਿਤ ਜੜਾਓ, ਸ਼ਬਦ ਰਤਨ ਜਿਤ ਮਨ ਲਾਗਾ, ਇਹੋ ਹੁਆ ਸਮਾਓ। ਸਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸ ਨੂੰ ਦੇ ਬੁਝਾਏ, ਕਹੈ ਨਾਨਕ ਸ਼ਬਦ ਰਤਨ ਹੈ, ਹੀਰਾ ਜਿਤ ਜੜਾਓ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੁੰਜੀ। ਆ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ, ਗੁਰਬਚਨੀ ਸਹਿਜੇ ਚਾਖੀ, ਤੈ ਭਇਆ ਪ੍ਰਗਾਸ। ਸੂਰਜ ਚਾਨਣ ਦਾ ਖਜ਼ਾਨਾ ਹੈ, ਤੋ ਇੱਥੋਂ ਹੀ ਉਹ ਪ੍ਰਾਪਤ ਕਰਦਾ ਗਿਆਨ ਦਾ ਚਾਨਣ। ਤੋ ਇਸ ਲਈ ਜੈ ਗਿਆਨ ਪ੍ਰਗਾਸ ਅਗਿਆਨ ਮਿਟੰਦ, ਮਹਾਰਾਜ ਬ੍ਰਹਮ ਗਿਆਨ ਦਾ ਸੂਰਜ ਹਨ। ਤੋ ਇਸ ਲਈ ਪਾਤਸ਼ਾਹ ਜੀ ਕਥਨ ਕਰਦੇ, ਤੈ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ, ਗੁਰਬਚਨੀ ਸਾਜੇ ਚਾਖੀ। ਹਰ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ, ਗੁਰਬਚਨੀ ਸਹਿਜੇ ਚਾਖੀ। ਤੈ ਭਇਆ ਪ੍ਰਗਾਸ, ਮਿਟਿਆ ਅੰਧਿਆਰਾ, ਜਿਉਂ ਸੂਰਜ ਰਹਿਣ ਕਰਾਖੀ। ਹਨੇਰੇ ਵਿੱਚ ਸ਼ਹਿਰਾਂ ਪਿੰਡਾਂ 'ਚ, ਚੰਡੀਗੜ੍ਹ ਤਾਂ ਪਾਰਕਾਂ ਦੇ ਵਿੱਚ ਵੀ ਲਾਈਟਾਂ ਲੱਗੀਆਂ ਹੋਈਆਂ, ਬੰਦੇ ਨੂੰ ਡਿੱਗਣ ਤੋਂ ਬਚਾਉਂਦੀਆਂ ਨੇ। ਜਿਹੜੇ ਚਾਨਣ ਮਨਾਰੇ ਨੇ, ਛੱਪਾਂ ਨੂੰ ਰਸਤਾ ਦੱਸਦੇ ਹਨ। ਇਸੇ ਪ੍ਰਕਾਰ ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਸੇ ਮਨ ਆਏ। ਜੇ ਤੁਸੀਂ ਗੁਰਬਾਣੀ ਦੀ ਰੋਸ਼ਨੀ ਪ੍ਰਾਪਤ ਕਰੋਗੇ, ਤੁਹਾਡਾ ਆ ਵੀ ਜੀਵਨ ਸੁਖੀ ਰਹੂਗਾ। ਆਨੰਦ ਕਾਰਜਾਂ ਵਕਤ ਲਾਵਾਂ ਦਾ ਪਾਠ ਹੁੰਦਾ, ਉਹਦੇ 'ਚ ਦੁਨਿਆਵੀ ਸਿੱਖਿਆ ਵੀ ਹੈ ਤੇ ਅੰਤਰੀ ਭਾਵ ਵੀ ਹੈ, ਪਰ ਲੋਕ ਵੀ ਸੁਹੇਲਾ ਹੁੰਦਾ ਹੈ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ,
ਨਾਨਕ ਹਰ ਪ੍ਰਭ ਆਪੇ ਮਿਲੇ। ਗੁਰ ਚਰਨੀ ਇਕ ਸਰਦਾ ਉਪਜੇ। ਇਹ ਭਾਈ ਐਸੇ ਸਮਰੱਥ ਸਤਿਗੁਰਾਂ ਦੇ ਚਰਨ ਕਮਲਾਂ ਦੀ ਸ਼ਰਨ ਵਿੱਚੋਂ ਮੇਰੇ ਹਿਰਦੇ ਅੰਦਰ ਇੱਕ ਸ਼ਰਧਾ ਪੈਦਾ ਹੋਈ ਹੈ ਕਿ ਮੈਂ ਹਰ ਗੁਣ ਕਹਿਤੇ ਤ੍ਰਿਪਤਨ ਭਈਆ। ਮੈਂ ਹਰੀ ਪ੍ਰਮਾਤਮਾ ਦੇ ਗੁਣ ਕਹਿੰਦੇ ਆ ਤ੍ਰਿਪਤੀ ਦੇ ਸਹਿਤ ਨਹੀਂ ਹੁੰਦਾ, ਭਾਵ ਅੰਦਰ ਸਦਾ ਚਾਉ ਬਣਿਆ ਰਹਿੰਦਾ ਕਿ ਮੈਂ ਹੋਰ ਤੋਂ ਹੋਰ ਪ੍ਰਭੂ ਦੇ ਗੁਣ ਗਾਉਂਦਾ ਰਹਾਂ। ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ। ਪਰਮ ਬੈਰਾਗ ਨਿਤ ਨਿਤ ਹਰ ਧਿਆਏ। ਇਹ ਭਾਈ ਵੱਡੇ ਤਰ ਤੀਬਰਤਾ ਤਾਂ ਵੈਰਾਗ ਨੂੰ ਧਾਰਨ ਕਰਕੇ ਮੈਂ ਨਿਤਾ ਪ੍ਰਤੀ ਹਰੀ ਪ੍ਰਮਾਤਮਾ ਦੇ ਨਾਮ ਨੂੰ ਧਿਆਉਂਦਾ ਹਾਂ। ਮੈਂ ਹਰ ਗੁਣ ਕਹਤੇ ਪਾਵਨੀ ਕਹੀਆ। ਹਰ ਮੈਂ ਹਰੀ ਪ੍ਰਮਾਤਮਾ ਦੇ ਗੁਣ ਵੀ ਕਹਿੰਦਾ ਹਾਂ, ਭਾਵਨਾ ਦੇ ਨਾਲ ਸ਼ਰਧਾ ਦੇ ਸਹਿਤ ਉਚਾਰਦਾ। ਹਰੀ ਦੇ ਗੁਣ ਕਹਿੰਦੀਆਂ ਮੇਰੇ ਅੰਦਰ ਆਪਣੇ ਆਪ ਹੀ ਸ਼ਰਧਾ ਪੈਦਾ ਹੋ ਆਈ ਹੈ। ਜਾਂ ਹਰੀ ਦੇ ਗੁਣ ਕਹਿੰਦਿਆਂ ਮੇਰਾ ਹਿਰਦਾ ਜੋ ਹੈ ਭਾਵਨਿਕ ਭਾਵਨਾ ਦੇ ਸਹਿਤ ਹੋ ਗਿਆ ਹੈ। ਬਾਰ ਬਾਰ ਖਿਨ ਖਿਨ ਪਲ ਕਹੀਆ। ਇਹ ਭਾਈ ਜੇਕਰ ਖਿਨ ਖਨ ਤੇ ਪਲ ਪਲ ਜਿੰਨੇ ਸਮੇਂ 'ਚ ਬਾਰ ਬਾਰ ਮੁੜ ਮੁੜ ਜਾਂ ਰੋਮ ਰੋਮ ਕਰਕੇ ਹਰੀ ਦੇ ਗੁਣਾ ਨਾਮ ਨੂੰ ਉਚਾਰਨ ਕਰਦੇ ਰਹੀਏ। ਹਰ ਪਾਰ ਨ ਪਾਵੈ ਪਰੈ ਪਰਈਆ। ਤਦ ਵੀ ਕੋਈ ਹਰੀ ਪ੍ਰਮਾਤਮਾ ਦਾ ਅੰਤ ਨਹੀਂ ਪਾ ਸਕਦਾ, ਕਿਉਂਕਿ ਉਹ ਪ੍ਰਭੂ ਪਰੇ ਤੋਂ ਪਰੇ ਅਪਾਰ ਸਰੂਪ ਹੈ। ਜਾਂ ਸੰਸਾਰ ਤੋਂ ਪਰੇ ਜੋ ਬ੍ਰਹਮਾ ਵਿਸ਼ਨੂੰ ਆਦਿਕ ਮੰਨੇ ਉਹਨਾਂ ਦਾ ਵੀ ਪਰਮਾਤਮਾ ਪਰਾ ਰੂਪ ਹੈ। ਪਾਰ ਬ੍ਰਹਮਾ ਦਾ ਵੀ ਪਰਾ ਹੈ। ਸਾਸਤ ਵੇਦ ਪੁਰਾਣ ਪੁਕਾਰ ਹੈ। ਇਹ ਭਾਈ 6 ਸ਼ਾਸਤਰ 4 ਵੇਦ 18 ਪੁਰਾਣ ਆਦਿਕ ਇਹ ਪੁਕਾਰਦੇ ਹਨ ਕਿ ਧਰਮ ਕਰੋ ਖਟ ਕਰਮ ਦ੍ਰਿੜਈਆ। ਤੁਸੀਂ ਧਰਮ ਨੂੰ ਧਾਰਨ ਕਰੋ ਤੇ ਜਪ ਹੋਮ ਸੰਧਿਆ ਇਸ਼ਨਾਨ ਦੇਵ ਅਰਚਨ ਅਤਿਥੀ ਪੂਜਨ ਆਦਿਕ 6 ਕਰਮਾਂ ਨੂੰ ਦ੍ਰਿੜ ਕਰੋ। ਜਾਂ ਗੁਰਮਤਿ ਦੇ ਮੁਤਾਬਕ ਸੋ ਜੋ ਸ਼ਰਧਾ ਸੇਵਾ ਸਿਮਰਨ ਆਦਿਕ ਕਰਮਾਂ ਨੂੰ ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ। ਸੋ ਨਿਸ਼ਕਾਮ ਕਰਮਾਂ ਨੂੰ ਗ੍ਰਹਿਣ ਕਰੋ। ਮਨ ਮੁਖ ਪਾਖੰਡ ਭਰਮ ਵਿਗੂਤੇ। ਪਰ ਮਨ ਦੇ ਮਗਰ ਲੱਗਣ ਵਾਲੇ ਮਨੁੱਖ ਨਾ ਤਾਂ ਵੇਦਾਂ ਕੋਲੋਂ ਸਿੱਖਿਆ ਲੈਂਦੇ ਨਾ ਪੁਰਾਣਾਂ ਦੇ ਕੋਲੋਂ ਸਿੱਖਿਆ ਲੈਂਦੇ। ਉਹ ਕਹਿੰਦੇ ਨੇ ਆਪਾਂ ਇਸ ਧਰਮ ਵਾਲੇ ਹਾਂ। ਕੋਈ ਵੀ ਧਰਮ ਜਿਹੜਾ ਬੰਦੇ ਨੂੰ ਮਾੜੇ ਪਾਸੇ ਨਹੀਂ ਲਾਉਂਦਾ, ਪਰ ਚੰਗਾ ਗੁਣ ਆਪਾਂ ਗ੍ਰਹਿਣ ਨਹੀਂ ਕਰਦੇ ਹਾਂ। ਮਨ ਦੇ ਮਗਰ ਲੱਗਣ ਵਾਲੇ ਮਨੁੱਖ ਕਿਸੇ ਵੀ ਧਰਮ 'ਚ ਨੇ ਉਹ ਲੋਕ ਵਿਖਾਵੇ ਤੇ ਭਰਮ 'ਚ ਲਾ ਕੇ ਖਰਾਬ ਹੋ ਰਹੇ ਹਨ। ਬ੍ਰਹਮਾ ਨੇ ਕਿਹਾ ਸੀਗਾ ਭਈ ਭਗਤੀ ਕਰੋ ਤੇ ਨਾਲ ਨਾਲ ਦਾਨ ਪੁੰਨ ਕਰੋ। ਨਾਰਦ ਕਹਿਆ ਸੀ ਪੂਜ ਕਰਾਹੀਂ। ਨਾਰਦ ਨੇ ਕਿਹਾ ਵੀ ਭਗਤੀ ਕਰੋ ਤੇ ਪੂਜਾ ਕਰੋ। ਉਹ ਇਸ਼ਨਾਨ ਕਰਨ ਦੇ ਵਿੱਚ ਕਰਮਾਂ 'ਚ ਤਾਂ ਲੋਕ ਲੱਗੇ ਰਹੇ, ਭਗਤੀ ਕਰਨੀ ਭੁੱਲ ਹੀ ਗਏ। ਨਾਰਦ ਦੇ ਆਖੇ ਪੂਜਾ ਤਾਂ ਕਰਨ ਲੱਗ ਪਏ ਪਰ ਭਗਤੀ ਛੱਡ ਗਏ। ਜਿਹਦੇ ਨਾਲ ਭਲਾ ਹੋਣਾ ਸੀਗਾ ਨਾਮ ਜਪਣਾ ਛੱਡ ਦਿੱਤਾ, ਦਾਨ ਪੁੰਨ ਕਰਮਾਂ ਧਰਮਾਂ ਦੇ ਵਿੱਚ ਹੀ ਰਹਿ ਗਏ। ਤੋ ਇੰਜ ਲੋਕ ਵਿਖਾਵੇ ਭਰਮ 'ਚ ਲਾ ਕੇ ਖਰਾਬ ਹੋ ਰਹੇ ਨੇ। ਲੋਭ ਲਹਿਰ ਨਾਵ ਭਾਰ ਬੁੜਈਆ। ਉਹਨਾਂ ਦੀ ਬੁੱਧੀ ਰੂਪੇੜੀ ਪਾਪਾਂ ਦੇ ਬੋਝ ਕਰਕੇ ਲਾਲਚ ਦੀਆਂ ਤਰੰਗਾਂ ਵਿੱਚ ਡੁੱਬ ਰਹੀ ਹੈ। ਨਾਮ ਜਪੋ ਨਾਮੇ ਗਤ ਪਾਵਹੁ। ਮਹਾਰਾਜ ਕਹਿੰਦੇ ਕਿ ਗੁਰਾਂ ਦੁਆਰਾ ਵਾਹਿਗੁਰੂ ਦਾ ਨਾਮ ਜਪੋ ਭਾਈ। ਨਾਮ ਜਪ ਕੇ ਹੀ ਤੁਸੀਂ ਮੁਕਤੀ ਪ੍ਰਾਪਤ ਕਰ ਸਕੋਗੇ। ਸਿਮਰਤ ਸ਼ਾਸਤਰ ਨਾਮ ਦ੍ਰਿੜਈਆ। ਜੇ ਸਾਡੇ ਅੱਖੇ ਯਕੀਨ ਨਹੀਂ, ਭਾਵੇਂ 27 ਸਿਮਰਤੀਆਂ ਪੜ੍ਹ ਕੇ ਵੇਖ ਲਓ, 6 ਸ਼ਾਸਤਰ ਪੜ੍ਹ ਕੇ ਵੇਖ ਲਓ, 4 ਵੇਦ, ਕੋਈ ਧਾਰਮਿਕ ਗ੍ਰੰਥ ਤੁਸੀਂ ਖੋਲ੍ਹ ਕੇ ਵੇਖ ਲਓ, ਪ੍ਰਮਾਤਮਾ ਦੇ ਨਾਮ ਨੂੰ ਹੀ ਦ੍ਰਿੜ ਕਰਾਉਂਦੇ ਨੇ। ਭਾਵੇਂ ਰਾਮ ਕਹੋ ਤੇ ਭਾਵੇਂ ਅੱਲਾ ਕਹੋ ਤੇ ਭਾਵੇਂ ਸੋਹੰ ਕਹੋ ਤੇ ਭਾਵੇਂ ਵਾਹਿਗੁਰੂ ਕਹੋ। ਗੱਲ ਤਾਂ ਜਪਣ ਦੀ ਹੈ। ਕੋਈ ਮੇਰੇ ਵਰਗੇ ਲੜਾਈ ਜ਼ਿਆਦਾ ਕਰਦੇ ਨੇ। ਮੂਲ ਮੰਤਰ ਇੱਥੋਂ ਤੱਕ ਹੈ, ਮੂਲ ਮੰਤਰ ਉੱਥੋਂ ਤੱਕ। ਜੇ ਕੋਈ ਸਵਾਲ ਕਰੇ ਵੀ ਜਪਿਆ ਕਿੰਨੇ ਆ, ਕਿਸੇ ਨੇ ਵੀ ਜਪਿਆ ਨਹੀਂ। ਨਾ ਤਾਂ ਨਾਨਕ ਹੋਸੀ ਵੀ ਸੱਚ ਤੱਕ ਮੰਨਣ ਵਾਲੇ ਜਪਦੇ ਤੇ ਨਾ ਹੀ ਗੁਰਪ੍ਰਸਾਦ ਵਾਲੇ ਜਪਦੇ। ਲੜਾਈ ਕਰਨ ਨੂੰ ਸਾਰੀ ਦੁਨੀਆ ਸ਼ੇਰ। ਦਸਮ ਗ੍ਰੰਥ ਦੇ ਭਾਵੇਂ ਲਾਗੋਂ ਦੀ ਨਾ ਲੰਘੇ ਹੋਣ, ਕਦੇ ਰੁਮਾਲਾ ਲਾ ਕੇ ਵੇਖਿਆ ਨਾ ਵਿੱਚ ਲਿਖਿਆ ਕੀ ਹੈ,
ਲੜਾਈ ਕਰਨ ਨੂੰ ਅਗੇ ਇਹਦੇ 'ਚ ਆਹ ਲਿਖਿਆ ਉਹ ਲਿਖਿਆ। ਤੋ ਜੇ ਪੜ੍ਹਾਂਗੇ ਮੇਰੇ ਖਿਆਲ ਮੁਤਾਬਕ ਜਿੱਥੋਂ ਤੱਕ ਮੈਂ ਪੜ੍ਹਿਆ ਸਮਝਿਆ ਕੋਈ ਮਾੜੀ ਬੁਰੀ ਗੱਲ ਨਹੀਂ ਲੱਭੀ ਹੈ। ਜੇ ਗੁਰੂ ਸਾਹਿਬ ਨੇ ਕੋਈ ਦੁਨਿਆਵੀ ਸਟੋਰੀ ਲਿਖੀ ਹੈ ਉਹ ਆਮ ਗ੍ਰੰਥਾਂ ਦਾ ਉਲੱਥਾ ਤੇ ਉਹ ਤੋਂ ਬਾਅਦ ਸਿੱਖਿਆ ਦਿੱਤੀ ਹੈ ਕਿ ਇੰਜ ਨਾ ਕਰੋ ਭਾਈ, ਬਚ ਕੇ ਰਹੋ। ਤੇ ਇਸ ਵਾਸਤੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਕਿਆ ਸੋਹਣਾ ਇਤਿਹਾਸ ਹੈ। ਜਿੰਨਾ ਪੜ੍ਹਿਆ ਨਹੀਂ ਵਿਚਾਰਿਆ ਨਹੀਂ, ਕਥਾ ਤਾਂ ਭਾਵੇਂ ਇੱਕ ਅੱਖਰ ਨਹੀਂ ਆਉਂਦਾ ਹੋਊਗਾ ਤੇ ਉਹ ਅਖਬਾਰਾਂ 'ਚ ਲਿਖ ਲਿਖ ਕੇ ਛਾਪ ਦੇਣਗੇ। ਕਵੀ ਸੰਤੋਖ ਸਿੰਘ ਨੇ ਇੰਝ ਕੀਤਾ ਉਂਝ ਕੀਤਾ, 2-4 ਪੰਕਤੀਆਂ ਵੇਖ ਲੈਣੀਆਂ, ਉਹਦਾ ਇਸ਼ੂ ਬਣਾ ਲੈਣਾ। ਇਸ ਵਾਸਤੇ ਚਰਚਾ ਆਪਾਂ ਜ਼ਿਆਦਾ ਕਰਦੇ ਹਾਂ, ਕਮਾਈ ਘੱਟ ਕਰਦੇ ਹਾਂ। ਕੋਈ ਵੀ ਸਿਮਰਤੀ ਹੈ, ਕੋਈ ਸ਼ਾਸਤਰ ਹੈ, ਕੋਈ ਵੇਦ ਗ੍ਰੰਥ ਹੈ, ਕੋਈ ਧਾਰਮਿਕ ਗ੍ਰੰਥ ਹੈ, ਉਹ ਲੜਾਈ ਨਹੀਂ ਸਿਖਾਉਂਦਾ। ਉਹ ਤਾਂ ਰੱਬ ਦੇ ਨਾਮ ਨੂੰ ਦ੍ਰਿੜ ਕਰਾਉਂਦਾ। ਭਾਈ ਭਗਤੀ ਕਰੋ, ਕੁਛ ਨਾ ਕੁਛ ਕਰਕੇ ਦਿਖਾਓ। ਗੱਲਾਂ ਦੇ ਨਾਲ ਗਿਆਨ ਨਾਲ ਗਲੀ ਢੁੱਡੀ ਹੈ, ਕਥਨਾ ਕਰੜਾ ਸਾਰ। ਤੋ ਗੱਲਾਂ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੋਣ ਵਾਲੀ। ਹਉ ਮੈਂ ਜਾਏ ਤਾਂ ਨਿਰਮਲ ਹੋਵੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਤਾਂ ਨਿਰੋਲ ਨਾਮ ਹੀ ਲਿਖਿਆ ਹੋਇਆ ਹੈ। ਔਰ ਇਹ ਬਚਨ ਗੀਤਾ ਕਿ ਹੰਗਤਾ ਜਿੰਨਾ ਚਿਰ ਜਾਂਦੀ ਨਹੀਂ ਉਹਨਾਂ ਚਿਰ ਤੱਕ ਮਨ ਨਿਰਮਲ ਸ਼ੁੱਧ ਨਹੀਂ ਹੋ ਸਕਦਾ ਹੈ। ਵਾਹਿਗੁਰੂ ਗੁਰਮੰਤਰ ਹੈ ਤੇ ਹੰਗਤਾ ਕਿਵੇਂ ਜਾਊਗੀ? ਜਿਹੜਾ ਗੁਰਮੰਤਰ ਵਾਹਿਗੁਰੂ ਹੈ, ਜਪ ਹੋਮੈ ਕੋਈ, ਇਹਦੇ ਜਪਣ ਤੋਂ ਹੀ ਹੰਗਤਾ ਦੀ ਨਿਵਰਤੀ ਹੁੰਦੀ ਹੈ। ਇਸ ਲਈ ਜੇ ਬਾਣੀ ਪੜਾਂਗੇ ਤਾਂ ਹੰਗਤਾ ਮਮਤਾ ਦੂਰ ਹੋ ਕੇ ਹਿਰਦਾ ਸ਼ੁੱਧ ਹੋ ਜਾਏਗਾ। ਗੁਰਮੁਖ ਪਰਚ ਪਰਮ ਪਦ ਪਈਆ। ਗੁਰਮੁਖ ਜਾਂ ਨਾਮ ਦੇ ਵਿੱਚ ਪਰਚਦੇ ਨੇ, ਪ੍ਰੇਮ ਦੇ ਪਰਚੇ ਕਰਕੇ ਵੱਡੀ ਕੇਵਲ ਮੁਕਤੀ ਰੂਪ ਪਦਵੀ ਨੂੰ ਪਾ ਲੈਂਦੇ ਹਨ। ਭਾਵ ਕਿ ਜੋ ਮਨੋਰੰਜਨ ਦਾ ਮਨ ਪਰਚਾਵੇ ਦਾ ਸਾਧਨ ਲੋਕਾਂ ਨੇ ਗੀਤ ਸੰਗੀਤ ਮੰਨਿਆ ਜਾਂ ਨਾਵਲ ਸਟੋਰੀਆਂ ਮੰਨੀਆਂ ਨੇ, ਤੇ ਜਿਹੜੇ ਗੁਰਮੁਖ ਨੇ ਉਹ ਕੇਵਲ ਸ਼ਬਦ ਦੇ ਪਰਚੇ 'ਚ ਹੀ ਮਨ ਨੂੰ ਪਰਚਾਉਂਦੇ ਨੇ। ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ ਤੇ ਪੂਜਾ ਅਕਾਲ ਕੀ। ਇਉਂ ਜੇਕਰ ਗੁਰਮੁਖਾਂ ਦੀ ਸੰਗਤ 'ਚ ਮਨ ਪਰਚ ਜਾਏ, ਭਾਵ ਨਾਮ ਸਿਮਰਨ ਦੇ ਅਭਿਆਸ ਜੁੜ ਜਾਏ, ਤਾਂ ਇਹ ਪਰਮ ਪਦਵੀ ਕਲਿਆਣ ਨੂੰ ਪਾ ਲਵੇਗਾ। ਇਸ ਲਈ ਸੁਭਾਅ ਬਣਾਈਏ ਕਿ ਕੋਈ ਚੰਗਾ ਗ੍ਰੰਥ ਲੈ ਕੇ ਪੜ੍ਹੀਏ। ਡਾਕਟਰ ਭਾਈ ਵੀਰ ਸਿੰਘ ਆਦਿ ਜਿਹੜੇ ਸ਼ਰਧਾ ਪਿਆਰ ਵਾਲੇ ਰਾਈਟਰ ਨੇ, ਉਹਨਾਂ ਦੀ ਲੇਖਣੀ ਪੜ੍ਹੀਏ। ਕਿਤੇ ਸੰਗਤ ਅਕਾਲ ਆਸ਼ਰਮ ਵਾਲੇ ਗੁਰਮੁਖ ਜਿਹੜੇ ਅੰਮ੍ਰਿਤ ਵੇਲੇ ਡੇਲੀ ਭਾਈ ਦਵਿੰਦਰ ਸਿੰਘ ਜੀ ਸਿਮਰਨ ਕਰਾਉਂਦੇ ਨੇ, ਕਿਤੇ ਘੜੀ ਘੰਟਾ ਬੈਠ ਕੇ ਉੱਥੇ ਹਾਜ਼ਰੀ ਲਵਾਈਏ ਤਾਂ ਕਿ ਸਾਡਾ ਸੁਭਾਅ ਸਿਮਰਨ ਵਾਲੇ ਪਾਸੇ ਝੁਕ ਜਾਏ। ਇਹੋ ਜਗ ਵਰਨ ਰੂਪ ਸਭ ਤੇਰਾ। ਗੁਰਮੁਖ ਜਨਾਂ ਦੇ ਅੰਦਰ ਐਸੀ ਦਿਵ ਦ੍ਰਿਸ਼ਟੀ ਜਾਗ ਪੈਂਦੀ ਹੈ ਔਰ ਉਹ ਬੇਨਤੀ ਕਰਦੇ ਕਿ ਹੇ ਪ੍ਰਮਾਤਮਾ, ਸਾਰਾ ਜਗਤ ਸੰਸਾਰ ਬ੍ਰਹਮਣ ਕੀ ਖੱਤਰੀ ਆਦਿਕ ਵਰਨ ਤੇ ਰੂਪ ਆਕਾਰ ਆਦਿਕ ਸਾਰਾ ਤੇਰਾ ਹੀ ਪਸਾਰਾ ਕੀਤਾ ਹੋਇਆ ਹੈ। ਜਿਤ ਲਾਵਹਿ ਸੇ ਕਰਮ ਕਮਈਆ। ਜੀਵਾਂ ਦੀ ਵਾਸ਼ਨਾ ਅਨੁਸਾਰ ਜਿਸ ਪਾਸੇ ਨੂੰ ਜੀਵਾਂ ਨੂੰ ਲਾਉਣਾ ਕਰਦਾ, ਉਹੋ ਜਿਹੀ ਕਰਮਾਂ ਨੂੰ ਜੀਵ ਕਮਾਉਣੇ ਹਨ। ਨਾਨਕ ਜੰਤ ਬਜਾਏ ਵਾਜਹਿ। ਸਤਿਗੁਰੂ ਮਹਾਰਾਜ ਕਥਨ ਕਰਦੇ ਕਿ ਹੇ ਪ੍ਰਮਾਤਮਾ, ਜੀਵਾਂ ਰੂਪੀ ਵਾਜੇ ਤੇਰੇ ਹੀ ਵਜਾਏ ਹੋਏ ਵੱਜਦੇ ਹਨ। ਜਿਤ ਭਾਵੈ ਤਿਤ ਰਾਹੇ ਚਲਈਆ। ਵੇਖੋ ਗੁਰੂ ਨਾਨਕ ਸਾਹਿਬ ਦੀ ਨਿਮਰਤਾ ਕਿ ਕੋਈ ਗੁੱਸਾ ਨਾ ਕਰੇ ਤੇ ਸਾਡੇ ਮਨ 'ਚ ਕਿਤੇ ਮਾਣ ਨਾ ਆ ਜਾਏ ਕਿ ਆਪਾਂ ਬਹੁਤ ਵੱਡੇ ਹਾਂ ਜੀ, ਆਪਾਂ ਤਾਂ ਅੰਮ੍ਰਿਤਧਾਰੀ ਹਾਂ ਜੀ, ਤੇ ਆਪਾਂ ਤਾਂ ਗੁਰੂ ਘਰ ਡੇਲੀ ਆਉਂਦੇ ਹਾਂ ਜੀ। ਇੱਥੇ ਆ ਕੇ ਆਪਾਂ ਧੋਖਾ ਖਾ ਜਾਂਦੇ ਹਾਂ ਜਦੋਂ ਮਨ 'ਚ ਮਾਣ ਆ ਜਾਂਦਾ। ਗੁਰੂ ਸਾਹਿਬ ਨੇ ਸਾਰੀਆਂ ਗੱਲਾਂ ਕਰ ਵੀ ਦਿੱਤੀਆਂ ਨੇ, ਕਿਉਂਕਿ ਮਹਾਰਾਜ ਦਾ ਫਰਜ਼ ਹੈ ਸਾਨੂੰ ਸਿੱਖਿਆ ਦੇਣੀ। ਉਪਦੇਸ਼ ਤਾਂ ਦੇਣਗੇ ਤਾਂ ਹੀ ਸਮਝ ਆਊਗੀ। ਤੇ ਅੰਤ ਕਿੱਥੇ ਕੀਤਾ, ਸਮਾਪਤੀ ਕਿੱਥੇ ਕੀਤੀ? ਵਾਹਿਗੁਰੂ ਜੀ ਦੇ ਚਰਨਾਂ 'ਚ। ਮਹਾਰਾਜ ਦੇ ਸਨਮੁਖ ਬੇਨਤੀ ਕਰਦੇ ਵੀ ਸਾਡੇ ਮਨ 'ਚ ਮਾਣ ਨਾ ਕਿਤੇ। ਹੇ ਪ੍ਰਮਾਤਮਾ, ਜਿਸ ਤਰ੍ਹਾਂ ਜੀਵਾਂ ਰੂਪੀ ਵਾਜੇ ਤੂੰ ਵਜਾਉਂਦਾ ਉਸ ਤਰ੍ਹਾਂ ਹੀ ਵੱਜਦੇ ਨੇ, ਜਿਸ ਪਾਸੇ ਤੂੰ ਚਲਾਉਂਦਾ ਉਸੇ ਪਾਸੇ ਚੱਲ ਰਹੇ ਨੇ। ਮਤਲਬ ਸਭ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹੋ ਮੈਂ ਕਹੇ ਨਾ ਕੋਏ। ਕਿਸੇ ਨੂੰ ਮਾੜਾ ਵੇਖ ਕੇ ਉਹਦੇ ਨਾਲ ਗਲਾਨੀ ਨਾ ਕਰੋ, ਉਹਦੇ ਨਾਲ ਈਰਖਾ ਨਾ ਕਰੋ, ਵੈਰ ਵਿਰੋਧ ਨਾ ਕਰੋ। ਇਹ ਸਮਝੋ ਵੀ ਰੱਬ ਨੇ ਬਣਾਇਆ ਹੀ ਇਸ ਤਰ੍ਹਾਂ ਦਾ ਹੈ।
ਇੱਕ ਤੱਤੇ ਇੱਕ ਬੋਲਣ ਮਿੱਠੇ। ਤੋ ਆਪਦੇ ਗੁਣਾਂ ਨੂੰ ਨਾ ਤਿਆਗੋ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਨਿਯਮ ਹੈ, ਜੋ ਆਪਸ ਦੇ ਵਿੱਚ ਬੈਠ ਕੇ ਉਪਦੇਸ਼ ਨੂੰ ਵਿਚਾਰਨਾ ਤਾਂ ਹੈ, ਪਰ ਈਰਖਾ ਵੈਰ ਵਿਰੋਧ ਤੋਂ ਬਚ ਕੇ ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨਬੋ ਵਾਲੀ ਭਾਵਨਾ ਨੂੰ ਦ੍ਰਿੜ ਕਰਨਾ ਰੱਖਣਾ। ਆਪਦੀ ਮਰਜ਼ਾਦਾ ਤਾਂ ਉੱਚੀ ਸੁੱਚੀ, ਜੀਵਨ ਤਾਂ ਉੱਚਾ ਸੁੱਚਾ, ਦੁਨੀਆ ਨੂੰ ਵੱਖਰਾ ਰੱਖਣਾ। ਰੋਟੀ ਬੇਟੀ ਦੀ ਸਾਂਝ ਗੁਰਮਤਿ ਹੋਵੇ ਤੇ ਪਰ ਕਿਸੇ ਨਾਲ ਵੈਰ ਵਿਰੋਧ ਨਾ ਹੋਵੇ, ਕਿਸੇ ਨੂੰ ਬੁਰਾ ਨਾ ਆਖੀਏ। ਇਹੀ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਸਿਧਾਂਤ ਹੈ। ਇਹ ਵਾਹਿਗੁਰੂ ਸਭ ਤੇਰੇ ਹੁਕਮ ਦੇ ਵਿੱਚ ਹੈ। ਭੁੱਲਾਂ ਚੁੱਕਾ ਖਿਮਾ ਕਰਨੀਆਂ ਜੀ, ਅੱਗੇ ਤੋਂ ਸਮਤ ਬਖਸ਼ਣੀ। ਇਹੋ ਜਗ ਵਰਨ ਰੂਪ ਸਭ ਤੇਰਾ, ਜਿਤ ਲਾਵੈ ਸੇ ਕਰਮ ਕਮਈਆ। ਨਾਨਕ ਜੰਤ ਵਜਾਏ ਵਾਜਹ, ਜਿਤ ਭਾਵੈ ਤਿਤ ਰਾਹੇ ਚਲਈਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।